ਹੈਲੋ एवरीवन ਐਂਡ ਵੈਲਕਮ ਬੈਕ ਟੂ ਐਨੀਬਾਡੀ ਕੈਨ ਲਰਨ ਜੀਕੇ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜਿਹੜੀ ਆਪਣੀ ਪੰਜਾਬ ਪਟਵਾਰੀ ਦੀ ਔਨਗੋਇੰਗ ਸੀਰੀਜ਼ ਹੈ, ਜਿਹੜਾ ਕਿ ਸਿਲੇਬਸ ਦਾ 7th ਸੈਕਸ਼ਨ ਹੈਗਾ, ਜਿਹਦੇ ਵਿੱਚ ਆਪਾਂ ਪੰਜਾਬ ਹਿਸਟਰੀ ਤੇ ਕਲਚਰ ਨੂੰ ਕਵਰ ਕਰ ਰਹੇ ਹਾਂ। ਅੱਜ ਆਪਾਂ ਉਹਦਾ 4th ਪਾਰਟ ਦੇਖਾਂਗੇ, ਜਿਹਦੇ ਵਿੱਚ ਆਪਣੇ ਮੇਨ ਫੰਕਸ਼ਨ ਕੀ ਰਹਿਣ ਵਾਲੇ ਨੇ। ਨੈਸ਼ਨਲ ਮੂਵਮੈਂਟ ਜਿਹੜੀ ਪੰਜਾਬ ਦੇ ਵਿੱਚ ਹੋਈਆਂ ਸੀਗੀਆਂ ਜਦੋਂ ਬ੍ਰਿਟਿਸ਼ ਪੀਰੀਅਡ ਸੀਗਾ, ਤੇ ਜਿਹੜੇ ਕੁਐਸਚਨ ਪਹਿਲਾਂ ਦੇ ਪੈਂਡਿੰਗ ਰਹਿ ਗਏ ਸੀ ਆਪਣੇ ਜਿਹੜੇ ਸੀ ਗੁਰੂਜ਼ ਦੇ ਬਾਰੇ, ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰ ਲਵਾਂਗੇ। ਆ ਜਿਹੜਾ 7th ਪਾਰਟ ਹੈ, ਤੁਸੀਂ ਸਾਰੇ ਜਾਣਦੇ ਹੋ ਕਿ 7th ਪਾਰਟ ਦੇ ਵਿੱਚ ਕੀ ਹੈਗਾ। ਤਾਂ ਸਭ ਤੋਂ ਪਹਿਲਾ ਕੁਐਸਚਨ ਹੈ ਕਿ ਇਹਨਾਂ ਵਿੱਚੋਂ ਕਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਕੰਪੋਜੀਸ਼ਨ ਨਹੀਂ ਹੈਗੀ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਨਾਵਾਂ ਸੀਗੀਆਂ ਉਹਨਾਂ ਨੂੰ ਲਿਖਾ ਦਿੰਨਾ। ਟਰਾਈ ਕਰੋ ਕਿ ਤੁਸੀਂ ਕਾਪੀ ਪੈਨ ਲੈ ਕੇ ਬੈਠੇ ਹੋ ਤਾਂ ਚੰਗੀ ਗੱਲ ਹੈ, ਤੁਸੀਂ ਨੋਟ ਡਾਊਨ ਕਰ ਸਕਦੇ ਹੋ। ਅਦਰਵਾਈਜ਼ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ, ਤੁਹਾਡੀ ਆਪਣੀ ਮਰਜ਼ੀ ਹੈ। ਕਿਉਂਕਿ ਜੇਕਰ ਮੈਂ ਅਪਰੋਚ ਅਪਣਾਵਾਂਗਾ ਤਾਂ ਮੈਂ ਹੀ ਕਹਾਂਗਾ ਕਿ ਤੁਸੀਂ ਨੋਟਬੁੱਕ ਲੈ ਕੇ ਬੈਠੋ। ਤਾਂ ਆਹ ਕੰਪੋਜੀਸ਼ਨ ਨੇ ਗੁਰੂ ਗੋਬਿੰਦ ਸਿੰਘ ਜੀ, ਜਿਵੇਂ ਦਸ਼ਮ ਗ੍ਰੰਥ ਹੋ ਗਿਆ, ਵਾਰ ਸ਼੍ਰੀ ਭਗਵਤੀ ਜੀ ਦੀ, ਬਚਿੱਤਰ ਨਾਟਕ, ਅਕਾਲ ਸਤੁਤ, ਚੰਡੀ ਦੀ ਵਾਰ, ਜਪਸਾਈ, ਮਤਲਬ ਜੀ ਹੁਣ ਜਿੰਨੀ ਵੀ ਆਣਗੀਆਂ ਉਹ ਸਾਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੰਪੋਜੀਸ਼ਨ ਨੇ। ਅਤੇ ਜਿਹੜੀ ਸਭ ਤੋਂ ਲਾਸਟ ਹੈ ਜਫਰਨਾਮਾ, ਜਿਹੜੀ ਕਿ ਇੱਕ ਲੈਟਰ ਲਿਖਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ। ਅਤੇ ਆਪਾਂ ਦੇਖਦੇ ਹਾਂ ਕਿ ਜਫਰਨਾਮਾ ਵੀ ਇਹਦੇ ਵਿੱਚ ਹੈਗਾ ਜੀ, ਬਚਿੱਤਰ ਨਾਟਕ ਵੀ ਹੈਗਾ, ਚੰਡੀ ਦੀ ਵਾਰ ਵੀ ਹੈਗੀ। ਜਿਹੜਾ ਆ ਹੈਗਾ ਜੀ ਤਵਾਰੀਖ ਗੁਰੂ ਖਾਲਸਾ, ਇਹ ਜਿਹੜਾ ਹੈ ਕੰਪੋਜੀਸ਼ਨ ਕਿਹਦੀ ਸੀਗੀ ਆ, ਗਿਆਨੀ ਗਿਆਨ ਸਿੰਘ ਜੀ ਦੀ ਸੀਗੀ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਇਸ ਕੁਐਸਚਨ ਦਾ ਸਹੀ ਆਨਸਰ ਹੈ, ਕਿਉਂਕਿ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਸੀਗਾ ਕਿ ਕਿਹੜੀ ਕੰਪੋਜੀਸ਼ਨ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਨਹੀਂ ਲਿਖੀ ਗਈ ਹੈ। ਆਨਸਰ ਹੋ ਗਿਆ ਆਪਸ਼ਨ ਨੰਬਰ ਡੀ। ਹੁਣ ਆਪਾਂ ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਹਾਲਾਂਕਿ ਅਭੀ ਕੁਛ ਦਿਨ ਹੋ ਗਏ ਸੀਗੇ ਮੈਂ ਵੀਡੀਓ ਨਹੀਂ ਬਣਾ ਪਾ ਰਿਹਾ ਸੀਗਾ, ਥੋੜ੍ਹੇ ਹੈਲਥ ਇਸ਼ੂਜ਼ ਸੀਗੇ, ਬੈਟਰ ਹੈ ਪਹਿਲਾਂ ਨਾਲੋਂ। ਤਾਂ ਮੈਂ ਟਰਾਈ ਕਰਾਂਗਾ ਕਿ ਅਗਲਾ ਜਿਹੜਾ ਵੀਕ ਹੈ ਉਹਨੂੰ ਚੰਗੀ ਤਰ੍ਹਾਂ ਆਪਾਂ ਯੂਟੀਲਾਈਜ਼ ਕਰੀਏ, ਕਿਉਂਕਿ ਮੈਨੂੰ ਇਨ ਦਿਨਾਂ ਕਾਫੀ ਜ਼ਿਆਦਾ ਮੈਸੇਜ ਵੀ ਰਿਸੀਵ ਹੋਏ ਸੀਗੇ, ਸਰ ਵੀਡੀਓ ਨਹੀਂ ਆ ਰਹੀ, ਵੀਡੀਓ ਨਹੀਂ ਆ ਰਹੀ। ਹਾਲਾਂਕਿ ਕੁਛ ਤਾਂ ਮੈਂ ਇਹਦੇ ਉੱਪਰ ਵਰਕ ਵੀ ਕਰ ਰਿਹਾ ਸੀਗਾ ਅਤੇ ਥੋੜ੍ਹੀ ਹੈਲਥ ਇਸ਼ੂਜ਼ ਵੀ ਸੀਗੇ। ਨੈਕਸਟ ਪੁੱਛ ਰਿਹਾ ਕਿ ਜਿਹੜਾ ਬੈਟਲ ਆਫ ਨਿਰਮੋ ਹੈ ਕਦੋਂ ਲੜਿਆ ਗਿਆ ਸੀਗਾ। ਆਹ ਲੜਿਆ ਗਿਆ ਸੀਗਾ ਜੀ 1702 ਦੇ ਵਿੱਚ। ਕਿਹਦੇ ਵਿਚਕਾਰ ਹੋਇਆ ਸੀਗਾ? ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅਤੇ ਮੁਗਲਾਂ ਵਿੱਚ, ਜੋ ਕਿ ਅਸਿਸਟ ਕੀਤਾ ਸੀਗਾ ਰਾਜਾ ਭੀਮ ਚੰਦ ਨੇ। ਅਤੇ ਇਹਨਾਂ ਵਿੱਚੋਂ ਗੁਰੂ ਜੀ ਦੀ ਜਿੱਤ ਹੋਈ ਸੀਗੀ। ਤਾਂ ਇਸ ਹਿਸਾਬ ਨਾਲ ਆਪਾਂ ਕਹਿ ਦਾਂਗੇ ਆਪਸ਼ਨ ਨੰਬਰ ਏ 1702 ਇਜ਼ ਆਵਰ ਰਾਈਟ ਆਨਸਰ। ਉਸ ਤੋਂ ਬਾਅਦ ਗੱਲ ਕਰ ਰਹੇ ਹਾਂ ਜੀ, ਉਹ ਕਿਹੜੀ ਜਗ੍ਹਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਤੋਂ ਸ਼ਹੀਦੀ ਤੋਂ ਬਾਅਦ ਉਹਨਾਂ ਨੂੰ ਲੈ ਕੇ ਚਲੇ ਗਏ ਸੀਗੇ, ਯਾਨੀ ਕਿ ਉਹਨਾਂ ਦਾ ਜਿਹੜਾ ਸੀਗਾ ਕ੍ਰੀਮੇਸ਼ਨ ਹੋਇਆ ਸੀਗਾ, ਜਿਹੜਾ ਅੰਤਿਮ ਸੰਸਕਾਰ ਸੀਗਾ, ਤਾਂ ਉੱਥੇ ਹੀ ਗੁਰਦੁਆਰਾ ਬਣਿਆ। ਤਾਂ ਉਸ ਗੁਰਦੁਆਰੇ ਦਾ ਨਾਮ ਪੁੱਛਿਆ ਗਿਆ ਹੈਗਾ ਜੀ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੈ ਕਿ ਜੀ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਸ਼ਹੀਦੀ ਪ੍ਰਾਪਤ ਹੋਈ ਸੀ, ਬਿਹੈਡ ਕੀਤਾ ਗਿਆ ਸੀਗਾ। ਉਹ ਜਿਹੜਾ ਜਲਾਦ ਸੀਗਾ ਉਹਦਾ ਨਾਮ ਸੀਗਾ ਜਲਾਲੂਦੀਨ, ਜਿਹੜਾ ਸਮਾਣਾ ਦਾ ਸੀ। ਅਤੇ ਕੀ ਤੁਸੀਂ ਮੈਨੂੰ ਕੁਐਸਚਨ ਦੇ ਵਿੱਚ ਦੱਸ ਸਕਦੇ ਹੋ ਕਮੈਂਟ ਸੈਕਸ਼ਨ ਦੇ ਅੰਦਰ ਕਿ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਕਦੋਂ ਪ੍ਰਾਪਤ ਹੋਈ ਸੀਗੀ? ਤੁਸੀਂ ਆਹ ਚੀਜ਼ ਮੈਨੂੰ ਸਾਰੇ ਬੱਚਿਆਂ ਨੇ ਕਮੈਂਟ ਦੇ ਵਿੱਚ ਲਿਖ ਕੇ ਦੱਸਣਾ ਹੈਗਾ, ਕਿਉਂਕਿ ਇਹਦਾ ਕੁਐਸਚਨ ਤਾਂ ਮੈਂ ਟਰਾਈ ਕਰ ਦਾਂਗੀ ਤੁਹਾਡੇ ਲਈ ਵੀ ਰੱਖਾਂ। ਅਤੇ ਆਹ ਗੱਲ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਦਿੱਲੀ ਦੇ ਚਾਂਦਨੀ ਚੌਕ ਵਿੱਚ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਸੀਗੀ, ਜਿੱਥੇ ਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਗੁਰਦੁਆਰਾ ਸ਼ੀਸ਼ਗੰਜ ਵੀ ਹੈਗਾ, ਜੋ ਕਿ ਸਰਦਾਰ ਬਘੇਲ ਸਿੰਘ ਨੇ ਬਣਾਇਆ ਸੀਗਾ। ਅਤੇ ਉਦੋਂ ਬਾਅਦ ਗੁਰੂ ਜੀ ਦੀ ਬੋਡੀ ਨੂੰ ਜਿਹੜਾ ਸੰਸਕਾਰ ਕੀਤਾ ਗਿਆ ਸੀਗਾ, ਉਹ ਲੱਖੀ ਸ਼ਾਹ ਲੁਬਾਣਾ ਨੇ ਕੀਤਾ ਸੀਗਾ ਉਹਦੇ ਕੋਟਿਸ ਦੇ ਵਿੱਚ, ਜਿਹਨੂੰ ਅੱਜ ਕੱਲ੍ਹ ਆਪਾਂ ਗੁਰਦੁਆਰਾ ਰਕਾਬਗੰਜ ਦੇ ਨਾਂ ਤੋਂ ਜਾਣਦੇ ਹਾਂ। ਤਾਂ ਆਨਸਰ ਕੀ ਹੋ ਜਾਊਗਾ ਇਹਦਾ? ਆਪਸ਼ਨ ਨੰਬਰ ਬੀ, ਰਕਾਬਗੰਜ। ਮੂਵਿੰਗ ਔਨ ਟੂ ਦਾ ਨੈਕਸਟ ਕੁਐਸਚਨ। ਨੈਕਸਟ ਕੁਐਸਚਨ ਕਹਿ ਰਿਹਾ ਜੀ, ਬੰਦਾ ਸਿੰਘ ਬਹਾਦਰ ਸੀ, ਉਹਨਾਂ ਦਾ ਲਾਸਟ ਯੁੱਧ ਕਿਹੜਾ ਸੀਗਾ ਜਿਹੜਾ ਮੁਗਲਾਂ ਦੇ ਖਿਲਾਫ ਹੋਇਆ ਸੀਗਾ? ਤਾਂ ਜਿਹੜਾ ਉਸ ਟਾਈਮ ਮੁਗਲ ਐਂਪਰਰ ਸੀਗਾ ਜੀ, ਉਹਨੇ ਆਰਡਰ ਕੀਤਾ ਸੀਗਾ ਕਿ ਜਿੰਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਨੇ ਜਾਂ ਸਿੱਖੀ ਨੂੰ ਮੰਨਣ ਵਾਲੇ ਨੇ, ਉਹਨਾਂ ਦਾ ਖਾਤਮਾ ਕਰੋ, ਜਾਂ ਫਿਰ ਜਿਹੜੇ ਰਜਿਸਟ ਕਰਦੇ ਨੇ ਕਿ ਉਹ ਮੁਸਲਿਮ ਨਹੀਂ ਬਣਨਗੇ ਤਾਂ ਉਹਨਾਂ ਨੂੰ ਮਾਰ ਦਿਓ। ਹੁਣ ਮਾਰਚ 1715 ਦੇ ਵਿੱਚ ਬੰਦਾ ਸਿੰਘ ਬਹਾਦਰ ਜਿਹੜੇ ਸਿੱਖ ਫੋਰਸਿਸ ਨਾਲ ਸੀਗੇ, ਉਹ ਇੱਕ ਵਿਲੇਜ ਹੈਗਾ ਗੁਰਦਾਸ ਨੰਗਲ, ਗੁਰਦਾਸਪੁਰ ਦੇ ਵਿਖੇ। ਤਾਂ ਇਸ ਵਿਲੇਜ ਨੂੰ ਜਿਹੜਾ ਸੀਜ਼ ਕਰ ਲਿਆ ਗਿਆ ਸੀਗਾ ਮੁਗਲਾਂ ਦੁਆਰਾ। ਅਤੇ ਉਹ ਤੋਂ ਬਾਅਦ ਜਿਹੜਾ ਫੋਰਟ ਸੀਗਾ ਸਿੱਖਾਂ ਨੇ ਉਹਦੇ ਵਿੱਚ ਡਿਫੈਂਡ ਕੀਤਾ, ਕਦੋਂ ਤੱਕ? 8 ਮਹੀਨਿਆਂ ਤੱਕ। ਲੇਕਿਨ ਆਫਟਰ ਡੈਟ ਜਿਹੜੀ ਸਮੱਗਰੀ ਸੀਗੀ, ਕਿਉਂਕਿ ਜੀ ਕੋਈ ਵੀ ਯੁੱਧ ਹੈ ਉਹਦੇ ਲਈ ਸਮੱਗਰੀ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਜਿਹੜਾ ਰਾਸ਼ਨ ਪਾਣੀ ਹੁੰਦਾ ਉਹ ਵੀ ਜ਼ਰੂਰਤ ਹੈਗਾ ਹੀ ਹੈ ਜੀ, ਕਿਉਂਕਿ ਰਾਤ ਨੂੰ ਤਾਂ ਟਾਈਮ ਜਿਹੜਾ ਹੈਗਾ ਯੁੱਧ ਨਹੀਂ ਚੱਲਦਾ, ਉਸ ਟਾਈਮ ਤਾਂ ਵਿਰਾਮ ਹੀ ਰਹਿੰਦਾ ਹੈਗਾ। ਅਤੇ ਉਸ ਤੋਂ ਬਾਅਦ 8 ਮਹੀਨਿਆਂ ਦੇ ਹਾਰਡਸ਼ਿਪ ਤੋਂ ਬਾਅਦ 7 ਦਸੰਬਰ 1715 ਦੇ ਵਿੱਚ ਜਿਹੜਾ ਸੀਗਾ ਬੰਦਾ ਸਿੰਘ ਬਹਾਦਰ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਫੜ ਲਿਆ ਗਿਆ ਸੀਗਾ। ਅਤੇ ਉਸ ਸਮੇਂ ਜਿਹੜਾ ਮੁਗਲ ਐਂਪਰਰ ਸੀਗਾ ਫਾਰੂਕ ਸਿਆਰ, ਉਹਨਾਂ ਦੇ ਕਹਿਣ 'ਤੇ ਹੀ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦੀ ਪ੍ਰਾਪਤ ਹੋਈ ਸੀਗੀ। ਤਾਂ ਕਈ ਵਾਰ ਪੁੱਛ ਵੀ ਲੈਂਦੇ ਨੇ ਕਿ
ਕਿਸ ਮੁਗਲ ਬਾਦਸ਼ਾਹ ਦੇ ਆਰਡਰ ਤੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਪ੍ਰਾਪਤ ਹੋਈ ਸੀ? ਤਾਂ ਇਹ ਉਹ ਫਾਰੂਕ ਸਿਆਰ ਸੀਗਾ। ਤਾਂ ਲੇਕਿਨ ਇਸ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕਿ ਉਹਨਾਂ ਦਾ ਆਖਰੀ ਯੁੱਧ ਕਿਹੜਾ ਸੀਗਾ? ਉਹ ਸੀਗਾ ਜੀ ਬੈਟਲ ਆਫ ਨੰਗਲ ਜਾਂ ਫਿਰ ਬੈਟਲ ਆਫ ਗੁਰਦਾਸ ਨੰਗਲ, ਆਪਸ਼ਨ ਨੰਬਰ ਬੀ। ਨੈਕਸਟ ਆਪਾਂ ਗੱਲ ਕਰਦੇ ਹਾਂ ਨਿਰੰਕਾਰੀ ਮੂਵਮੈਂਟ ਦੀ। ਤਾਂ ਨਿਰੰਕਾਰੀ ਮੂਵਮੈਂਟ ਦੇ ਫਾਊਂਡਰ ਕੌਣ ਸੀਗੇ? ਤਾਂ ਉਹ ਸੀਗੇ ਜੀ ਬਾਬਾ ਦਿਆਲ। ਆਨਸਰ ਹੈ ਆਪਸ਼ਨ ਨੰਬਰ ਏ, ਬਾਬਾ ਦਿਆਲ। ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਦਰਬਾਰ ਵੀ ਬਣਾਇਆ ਸੀਗਾ ਜਿਹਨੂੰ ਕਿ ਨਿਰੰਕਾਰੀ ਦਰਬਾਰ ਕਹਿੰਦੇ ਨੇ, ਪਾਕਿਸਤਾਨ ਦੇ ਰਾਵਲਪਿੰਡੀ ਦੇ ਵਿੱਚ 1851 ਦੇ ਵਿੱਚ। ਬਾਅਦ ਦੇ ਵਿੱਚ ਜਦੋਂ ਪਾਰਟੀਸ਼ਨ ਹੋਇਆ 1947 ਦੇ ਵਿੱਚ, ਤਾਂ ਉਹ ਦਰਬਾਰ ਰਾਵਲਪਿੰਡੀ ਤੋਂ ਸ਼ਿਫਟ ਕਰਕੇ ਪਹਿਲਾਂ ਤਾਂ ਅੰਮ੍ਰਿਤਸਰ ਚਲਾ ਗਿਆ ਸੀਗਾ, ਲੇਕਿਨ ਉਸ ਤੋਂ ਬਾਅਦ ਚੰਡੀਗੜ੍ਹ ਸ਼ਿਫਟ ਹੋ ਗਿਆ ਸੀਗਾ। ਅਗਲੇ ਕੁਐਸਚਨ ਦੀ ਗੱਲ ਕਰਦੇ ਹਾਂ ਤਾਂ ਇਹਦਾ ਆਨਸਰ ਆਪਾਂ ਨੂੰ ਪਤਾ ਹੀ ਲੱਗ ਚੁੱਕਿਆ ਕਿ ਬਾਬਾ ਦਿਆਲ ਇਹਦਾ ਸਹੀ ਆਨਸਰ। ਹੁਣ ਆਪਾਂ ਗੱਲ ਕਰਦੇ ਹਾਂ ਨਾਮਧਾਰੀ ਜਾਂ ਫਿਰ ਜਿਹਨੂੰ ਆਪਾਂ ਕੁੱਕਾ ਮੂਵਮੈਂਟ ਕਹਿੰਦੇ ਹਾਂ। ਆਹ ਕਿਹਨੇ ਫਾਊਂਡ ਕੀਤੀ ਸੀਗੀ? ਆਹ ਕੀਤੀ ਸੀਗੀ ਜੀ ਬਾਬਾ ਬਾਲਕ ਸਿੰਘ ਨੇ। ਤੇ ਇਹਨੂੰ ਯਾਦ ਕਰਨਾ ਕਾਫੀ ਆਸਾਨ ਹੈ ਕਿ ਮੈਂ ਤਾਂ ਜਿਵੇਂ ਯਾਦ ਰੱਖਦਾ ਕਿ ਵੀ ਜਿਵੇਂ ਬਾਬਾ ਬਾਲਕ ਹੈ, ਯਾਨੀ ਕਿ ਬਾਲਕ ਕੀ ਕਰਦੇ ਨੇ? ਉਹ ਕੁੱਕਾ ਮਾਰਦੇ ਨੇ। ਇਸ ਹਿਸਾਬ ਨਾਲ ਯਾਦ ਰੱਖਣਾ ਤਾਂ ਯਾਦ ਵੀ ਹੋ ਜਾਂਦਾ ਹੈਗਾ। ਤਾਂ ਆਨਸਰ ਕੀ ਹੋ ਜਾਊਗਾ ਇਹਦਾ? ਆਪਸ਼ਨ ਨੰਬਰ ਬੀ, ਕਿ ਨਾਮਧਾਰੀ ਜਾਂ ਫਿਰ ਕੁੱਕਾ ਮੂਵਮੈਂਟ ਜਿਹੜੀ ਸੀ ਬਾਬਾ ਬਾਲਕ ਸਿੰਘ ਜੀ ਨੇ ਸ਼ੁਰੂ ਕੀਤੀ ਸੀਗੀ। ਉਸ ਤੋਂ ਬਾਅਦ ਕੁਐਸਚਨ ਪੁੱਛ ਰਿਹਾ ਕਿ ਖਾਲਸਾ ਦੀਵਾਨ ਜਿਹੜਾ ਸੀਗਾ ਕਿਹਦਾ ਦੂਜਾ ਨਾਮ ਸੀਗਾ? ਤਾਂ ਅਪ੍ਰੈਲ 1980 ਦੇ ਵਿੱਚ ਕੀ ਹੋਇਆ ਸੀਗਾ ਕਿ ਪਹਿਲਾਂ ਤਾਂ ਜਿਹੜੀ ਸਿੰਘ ਸਭਾ ਸੀਗੀ ਉਹ ਲਾਹੌਰ ਦੇ ਵਿੱਚ ਸੀਗੀ, ਬਾਅਦ ਦੇ ਵਿੱਚ ਇਹਨੂੰ ਅੰਮ੍ਰਿਤਸਰ ਸ਼ਿਫਟ ਕੀਤਾ ਗਿਆ ਸੀਗਾ ਤੇ ਇਹ ਇੱਕ ਸੈਂਟਰ ਬੋਡੀ ਬਣਾ ਦਿੱਤੀ ਗਈ ਸੀਗੀ। ਉਹੀ ਜਿਹੜਾ ਸੀਗਾ ਦੀਵਾਨ ਖਾਲਸਾ ਦਾ ਜਿਹੜਾ ਸੀਗਾ ਇੱਕ ਦੂਜਾ ਨਾਂ ਸੀਗਾ। ਤਾਂ ਆਪਸ਼ਨ ਨੰਬਰ ਸੀ ਜਿਹੜੀ ਹੈ ਉਹ ਹੈ ਸਿੰਘ ਸਭਾ। ਅਗਲੇ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਜੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਜੀ ਰੈੱਡ ਬਟਨ ਤੇ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਨੋਟੀਫਿਕੇਸ਼ਨ ਪਤਾ ਲੱਗਦੀ ਰਹਿਣ ਜੋ ਵੀ ਮੈਂ ਨਈ ਵੀਡੀਓ ਪਾਉਂਦਾ ਰਹਾਂਗਾ। ਤੇ ਤੁਹਾਨੂੰ ਇਹਦੀ PDF ਜਿਹੜੀ ਉਹ ਟੈਲੀਗ੍ਰਾਮ ਤੇ ਮਿਲੂਗੀ। ਟੈਲੀਗ੍ਰਾਮ ਤੋਂ ਇਲਾਵਾ ਤੁਹਾਨੂੰ PDF ਕਿਤੇ ਵੀ ਨਹੀਂ ਮਿਲੂਗੀ। ਤਾਂ ਤੁਸੀਂ PDF ਲਈ ਮੈਨੂੰ ਟੈਲੀਗ੍ਰਾਮ ਤੇ ਫੋਲੋ ਕਰੋ। ਤੇ ਜੇਕਰ ਤੁਹਾਡੀ ਕੋਈ ਕੁਐਰੀ ਹੈ ਫੇਸਬੁੱਕ ਜਾਂ ਇੰਸਟਾਗ੍ਰਾਮ ਦੇ ਉੱਪਰ, ਮੈਂ ਹਰ ਕੁਐਰੀ ਦਾ ਆਨਸਰ ਪਰਸਨਲੀ ਆਪ ਹੀ ਦਿੰਦਾ ਜੀ। ਜੇ ਤੁਹਾਨੂੰ ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਨੂੰ ਕੁਐਰੀ ਪੁੱਛ ਸਕਦੇ ਹੋ। ਤਿੰਨਾਂ ਦੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਨੇ। ਤੇ ਜੇ ਤੁਹਾਨੂੰ ਲੱਗਦਾ ਹੈ ਪਰਸਨਲੀ ਤੁਹਾਨੂੰ ਵੀਡੀਓ ਨਾਲ ਫਾਇਦਾ ਹੋ ਰਿਹਾ ਤਾਂ ਜੀ ਲਾਈਕ ਜ਼ਰੂਰ ਕਰਿਓ। ਨੰਬਰ ਆਫ ਲਾਈਕਸ ਕੰਪੇਅਰ ਕਰੀ ਜੇ ਵਿਊਜ਼ ਨਾਲ ਕਾਫੀ ਘੱਟ ਆਉਂਦੇ ਨੇ। ਜੇਕਰ ਤੁਹਾਨੂੰ ਸੱਚੀ ਕੋਈ ਫਾਇਦਾ ਹੋ ਰਿਹਾ ਤਾਂ ਲਾਈਕ ਜ਼ਰੂਰ ਕਰਿਆ ਕਰੋ। ਨੈਕਸਟ ਕੁਐਸਚਨ ਗੱਲ ਕਰਦਾ ਹੈਗਾ ਗੁਰੂ ਦਾ ਬਾਗ ਮੋਰਚਾ ਦੇ ਬਾਰੇ। ਤਾਂ ਉਹਦਾ ਉਦੇਸ਼ ਬੇਸਿਕਲੀ ਹੈਗਾ ਕੀ ਸੀ? ਬੇਸਿਕਲੀ ਇਹ ਘਟਨਾ ਸੀਗੀ, ਮੈਂ ਤੁਹਾਨੂੰ ਇੱਕ ਵਾਰ ਬਰੀਫ 'ਚ ਸਮਝਾ ਦਿੰਦਾ। ਕਿਉਂਕਿ ਉਸ ਗੁਰਦੁਆਰੇ ਦਾ ਜਿਹੜਾ ਮਹੰਤ ਸੀਗਾ ਉਹ ਸੀਗਾ ਸੁੰਦਰਦਾਸ। ਤੇ ਉਹ ਜਿਹੜੀ ਉਸ ਬਾਗ ਦੇ ਵਿੱਚੋਂ ਲੰਗਰ ਦੇ ਵਾਸਤੇ ਲੱਕੜੀਆਂ ਕੱਟੀ ਜਾਂਦੀ ਸੀ ਨਾ, ਉਸ ਗੱਲ ਤੇ ਓਬਜੈਕਸ਼ਨ ਕਰਦਾ ਸੀਗਾ। ਤੇ ਉਸ ਤੋਂ ਬਾਅਦ ਉਹਨੇ ਜਦੋਂ, ਕਿਉਂਕਿ ਓਬਵੀਅਸ ਜੀ ਗੱਲ ਹੈ ਅੰਗਰੇਜ਼ਾਂ ਦਾ ਤਾਂ ਹੱਥ ਹੈਗਾ ਹੀ ਸੀ ਮਹੰਤਾਂ ਦੇ ਉੱਪਰ, ਤੇ ਮਹੰਤ ਜਿਹੜੇ ਸੀਗੇ ਇੱਕ ਤਰ੍ਹਾਂ ਤੋਂ ਗੁਰਦੁਆਰੇ ਉੱਪਰ ਆਪਣਾ ਪੂਰਾ ਕੰਟਰੋਲ ਰੱਖਦੇ ਸੀਗੇ ਅੰਡਰ ਦਾ ਗਾਈਡੈਂਸ ਆਫ ਬ੍ਰਿਟਿਸ਼। ਹੁਣ ਉਹਨੇ ਕੀਤਾ, ਪੁਲਿਸ ਨੂੰ ਕੰਪਲੇਂਟ ਕੀਤੀ ਤੇ ਪੁਲਿਸ ਨੇ ਕੀ ਕਿਹਾ ਕਿ ਕੁਝ ਸਿੱਖਾਂ ਨੂੰ ਇਲੀਗਲ ਟ੍ਰੈਸਪਾਸਿੰਗ ਦੇ ਸੈਕਸ਼ਨ ਲਾ ਕੇ ਅਰੈਸਟ ਕਰ ਲਿਆ। ਇਲੀਗਲ ਟ੍ਰੈਸਪਾਸਿੰਗ ਮਤਲਬ ਕਿ ਬਿਨਾਂ ਕਿਸੇ ਦੀ ਇਜਾਜ਼ਤ ਤੋਂ ਕਿਸੇ ਪਰਟੀਕੂਲਰ ਏਰੀਆ ਦੇ ਵਿੱਚ ਐਂਟਰੀ ਕਰਨਾ ਜਿਹੜੀ ਕਿਸੇ ਹੋਰ ਦੇ ਪੋਜੈਸ਼ਨ ਦੇ ਵਿੱਚ ਹੁੰਦੀ ਹੈ। ਹੁਣ ਕੀ ਹੈ ਕਿ ਇਸ ਗੱਲ ਦੇ ਉੱਪਰ ਕੀ ਹੋਇਆ ਕਿ ਹੁਣ ਪੂਰੇ ਜੱਥੇ ਬਣਨ ਲੱਗੇ ਤੇ ਜੱਥੇ ਦਾ ਜੱਥਾ ਹੀ ਜਾ ਕੇ ਲੱਕੜੀਆਂ ਜਿਹੜਾ ਸੀ ਕੱਟਣ ਲੱਗ ਜਾਂਦਾ ਸੀਗਾ ਬਾਗ ਦੇ ਵਿੱਚੋਂ। ਤੇ ਇਸ ਵਿੱਚ ਕੀ ਹੁੰਦਾ ਸੀਗਾ ਕਿ ਪੁਲਿਸ ਨਾਲ ਉਹਨਾਂ ਦੀ ਝੜਪ ਵੀ ਹੁੰਦੀ ਸੀਗੀ ਇਸ ਗੱਲ ਪਿੱਛੇ। ਤੇ ਇੰਨੀ ਝੜਪਾਂ ਤੋਂ ਬਾਅਦ ਜਿਹੜਾ ਉਸ ਟਾਈਮ ਦਾ ਲੈਫਟੀਨੈਂਟ ਗਵਰਨਰ ਸੀਗਾ ਪੰਜਾਬ ਦਾ, ਸਰ ਐਡਵਰਡ ਮੈਕਲਨ, ਨਾਮ ਯਾਦ ਰੱਖਿਓ ਇੰਪੋਰਟੈਂਟ ਹੈ, ਐਡਵਰਡ ਮੈਕਲੈਗਨ। ਇਹਨੇ ਆਰਡਰ ਕੀਤਾ ਕਿ ਆਹ ਸਭ ਚੀਜ਼ਾਂ ਜਿਹੜੀ ਬੰਦ ਹੋਣੀ ਚਾਹੀਦੀਆਂ ਨੇ। ਤੇ ਫਿਰ ਨਵੰਬਰ 1922 ਦੇ ਵਿੱਚ ਸਿੱਖਾਂ ਨੇ ਗੁਰੂ ਦੇ ਬਾਗ ਦੇ ਉੱਪਰ ਪੋਜੈਸ਼ਨ ਲੈ ਲਿਆ ਸੀਗਾ। ਤੇ 1923 ਵਿੱਚ ਤਾਂ ਸਾਰੇ ਪ੍ਰਿਜ਼ਨਰ ਵੀ ਜਿਹੜੇ ਫੜੇ ਗਏ ਸੀਗੇ ਉਹ ਛੱਡ ਦਿੱਤੇ ਗਏ ਸੀਗੇ। ਬੇਸਿਕਲੀ ਹੋਇਆ ਕੀ ਸੀਗਾ, ਇੱਕ ਰੀਫੋਰਮੇਸ਼ਨ ਹੋਇਆ ਸੀਗਾ ਸਿੱਖ ਸ਼ਰਾਈਨਸ ਦਾ। ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਏ। ਨੈਕਸਟ ਗੱਲ ਕਰਦੇ ਹਾਂ ਜਿਹੜੀ ਪੋਲੀਟੀਕਲ ਬੋਡੀ ਹੈ ਸਿੱਖ ਦੀ, ਜਿਹਨੂੰ ਸਿੱਖ ਲੀਗ ਕਹਿੰਦੇ ਨੇ ਜਾਂ ਫਿਰ ਜਿਹਨੂੰ ਕਿ ਸਿੰਘ ਸਭਾ ਵੀ ਕਹਿੰਦੇ ਨੇ। ਉਹਦਾ ਫਸਟ ਸੈਸ਼ਨ ਕਿੱਥੇ ਹੋਇਆ ਸੀਗਾ? ਬੇਸਿਕਲੀ ਨਵੰਬਰ 1879 ਦੇ ਵਿੱਚ ਇੱਕ ਸਿੰਘ ਸਭਾ ਬਣੀ ਸੀਗੀ, ਜਿਹੜੀ ਬਣੀ ਸੀਗੀ ਲਾਹੌਰ ਦੇ ਵਿੱਚ। ਸੈਸ਼ਨ ਵੀ ਉਹਦੇ ਵਿੱਚ ਹੀ ਹੋਇਆ ਸੀਗਾ। ਫਾਊਂਡ ਕਿਹਨੇ ਕੀਤੀ ਸੀ? ਗੁਰਮੁਖ ਸਿੰਘ ਜੀ ਨੇ। ਇਹ ਤੋਂ ਇਲਾਵਾ ਹੋਰ ਵੀ ਲੀਡਰ ਸੀਗੇ, ਲੇਕਿਨ ਇਹਨਾਂ ਦਾ ਨਾਂ ਜਿਹੜਾ ਕਾਫੀ ਜ਼ਿਆਦਾ ਪ੍ਰਮੁੱਖ ਇਸ ਵਿੱਚ ਲਿੱਤਾ ਜਾਂਦਾ ਹੈਗਾ। ਤਾਂ ਮੈਂ ਕਹਿ ਸਕਦਾ ਹਾਂ ਕਿ ਲਾਹੌਰ ਦੇ ਵਿੱਚ ਜਿਹੜੀ ਸੀਗੀ ਫਸਟ ਸੈਸ਼ਨ ਹੋਇਆ ਸੀਗਾ। ਚਲੋ ਇਸ ਗੱਲ ਦੇ ਵਿੱਚ ਨਾ ਮੈਨੂੰ ਗੱਲ ਹੋਰ ਯਾਦ ਆ ਰਹੀ ਹੈ। ਤੁਹਾਨੂੰ ਪਤਾ ਹੀ ਹੈ ਕਿ ਮੁਸਲਿਮ ਲੀਗ, ਹਾਲਾਂਕਿ ਮੈਂ ਆਨਸਰ ਨਹੀਂ ਦੱਸਾਂਗਾ, ਤੁਸੀਂ ਮੈਨੂੰ ਇਸ ਦੱਸੋਗੇ ਕਿ ਮੁਸਲਿਮ ਲੀਗ ਕਦੋਂ ਬਣੀ ਸੀਗੀ। ਆਹ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈਗਾ ਮੁਸਲਿਮ ਲੀਗ ਬਾਰੇ। ਨੈਕਸਟ ਗੱਲ ਕਰਦੇ ਹਾਂ ਜਿਹੜਾ ਮੋਨੂਮੈਂਟ ਹੈ ਨਾ ਅੰਮ੍ਰਿਤਸਰ ਦੇ ਵਿੱਚ, ਜਿਹਦਾ ਨਾਂ ਹੈਗਾ ਫਲੇਮ ਆਫ ਲਿਬਰਟੀ। ਇਹ ਤੁਸੀਂ ਦੇਖਿਆ ਹੋਣਾ ਜੇ ਤੁਸੀਂ ਕਦੇ ਅੰਮ੍ਰਿਤਸਰ ਘੁੰਮਣ ਗਏ ਹੋਵੋਗੇ।
ਇਹਨੂੰ ਇਨੋਗਰੇਟ ਕੀਤਾ ਸੀਗਾ 1961 13 ਅਪ੍ਰੈਲ ਨੂੰ। ਤੇ ਆ 30 ਫੀਟ ਜਿਹੜੀ ਆ ਇਹਦੀ ਹਾਈਟ ਹੈ। ਤੇ ਆ ਕਮਮੋਰੇਟ ਕਰਦਾ ਹੈਗਾ ਜੀ ਜਿਹੜੀ ਘਟਨਾ ਹੋਈ ਸੀਗੀ ਜਲਿਆਂਵਾਲਾ ਬਾਗ ਦੇ ਵਿੱਚ 13 ਅਪ੍ਰੈਲ 1919 ਦੇ ਵਿਸਾਖੀ ਵਾਲੇ ਦਿਨ, ਉਸ ਦੀ ਯਾਦ ਵਿੱਚ ਆ ਬਣਾਇਆ ਗਿਆ ਹੈ। ਤਾਂ ਆਨਸਰ ਹੈ ਆਪਸ਼ਨ ਨੰਬਰ ਏ, ਜਲਿਆਂਵਾਲਾ ਬਾਗ ਮੈਸਕਰ, ਯਾਨੀ ਕਿ ਜਿਹੜਾ ਹੱਤਿਆਕਾਂਡ ਹੋਇਆ ਸੀ ਉਹਦੇ ਹੀ ਕਮੈਮੋਰੇਟ ਕਰਨ ਲਈ ਬਣਾਇਆ ਗਿਆ। ਹੁਣ ਆਪਾਂ ਮੋਸਟ ਇੰਪੋਰਟੈਂਟ ਕੁਐਸਚਨ ਦੀ ਗੱਲ ਕਰਦੇ ਹਾਂ ਕਿ ਸਿੱਖ ਗੁਰਦੁਆਰਾ ਐਕਟ ਕਦੋਂ ਪਾਸ ਹੋਇਆ ਸੀਗਾ। ਇਸ ਕੁਐਸਚਨ ਦੇ ਵਿੱਚ ਆਪਾਂ ਤਾਂ ਦੇਖਾਂਗੇ ਹੀ ਕਿ ਸਿੱਖ ਗੁਰਦੁਆਰਾ ਐਕਟ ਕਦੋਂ ਪਾਸ ਹੋਇਆ ਸੀਗਾ, ਲੇਕਿਨ ਆਪਾਂ ਉਹ ਤੋਂ ਪਹਿਲਾਂ ਕੁਝ ਇੰਪੋਰਟੈਂਟ ਚੀਜ਼ਾਂ ਵੀ ਦੇਖ ਲੈਂਦੇ ਹਾਂ। ਹੋਇਆ ਕੀ ਸੀਗਾ ਜਿਹਨੂੰ ਆਪਾਂ ਸਿੱਖ ਗੁਰਦੁਆਰਾ ਐਕਟ ਕਹਿੰਦੇ ਹਾਂ। ਪਹਿਲਾਂ ਸਭ ਤੁਸੀਂ ਜਾਣਦੇ ਹੋ ਕਿ ਇਹਨੂੰ SGPC ਕਹਿੰਦੇ ਆ, ਯਾਨੀ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਬਣੀ ਸੀਗੀ 15 ਨਵੰਬਰ 1920 ਦੇ ਵਿੱਚ। ਤਾਂ ਆਪਾਂ ਨੂੰ ਆਨਸਰ ਲਾ ਦਾਂਗੇ 1920। ਤਾਂ ਇੱਥੇ ਆਪਾਂ ਗਲਤ ਕਰ ਰਹੇ ਹਾਂ ਕਿਉਂਕਿ ਉਹ ਪੁੱਛ ਰਿਹਾ ਐਕਟ ਕਦੋਂ ਪਾਸ ਹੋਇਆ ਸੀਗਾ। ਆ ਜਿਹੜੀ ਸੀਗੀ ਕਮੇਟੀ ਬਣੀ ਹੈ 15 ਨਵੰਬਰ ਨੂੰ 1920 ਦੇ ਵਿੱਚ। ਠੀਕ ਹੈ, ਹੁਣ ਆਪਾਂ ਅੱਗੇ ਚੱਲਦੇ ਹਾਂ। ਆਫਟਰ ਡੈਟ ਉਸ ਟਾਈਮ ਜਦੋਂ ਬਣੀ ਸੀਗੀ ਤਾਂ 175 ਦੇ ਮੈਂਬਰ ਸੀਗੇ, ਲੇਕਿਨ 12 ਅਕਤੂਬਰ 1923 ਨੂੰ ਇਹਨੂੰ ਅਨਲੌਫੁਲ ਡਿਕਲੇਅਰ ਕਰ ਦਿੱਤਾ ਗਿਆ ਸੀਗਾ ਕਿਉਂਕਿ ਉਸ ਟਾਈਮ ਤਾਂ ਅੰਗਰੇਜ਼ਾਂ ਦਾ ਹੀ ਰਾਜ ਸੀਗਾ। ਆਫਟਰ ਡੈਟ ਜਿਹੜੀ ਪ੍ਰੋਵਿੰਸ਼ੀਅਲ ਲੈਜਿਸਲੇਚਰ ਸੀਗਾ ਨਾ, ਉਹਨੇ ਇੱਕ ਸਿੱਖ ਗੁਰਦੁਆਰਾ ਐਕਟ ਪਾਸ ਕੀਤਾ ਜਿਹਨੂੰ ਆਪਾਂ SGPC ਐਕਟ ਕਹਿੰਦੇ ਹਾਂ। ਕਦੋਂ ਪਾਸ ਕੀਤਾ? 9 ਜੁਲਾਈ 1925 ਨੂੰ। ਅਤੇ ਇਹ ਇੰਪਲੀਮੈਂਟ ਕਦੋਂ ਹੋ ਗਿਆ ਜੀ? 1 ਨਵੰਬਰ 1925 ਨੂੰ। ਹੁਣ ਆਪਾਂ ਸਹੀ ਆਨਸਰ ਵੱਲ ਪਹੁੰਚੇ ਹਾਂ ਕਿਉਂਕਿ ਉਹਨਾਂ ਨੇ ਐਕਟ ਬਾਰੇ ਪੁੱਛਿਆ ਸੀਗਾ। ਹਾਂ, ਜੇਕਰ ਉਹ ਕਮੇਟੀ ਬਾਰੇ ਪੁੱਛਦੇ ਨੇ ਜੀ ਫਿਰ ਆਪਾਂ 1920 ਆਨਸਰ ਲਾਵਾਂਗੇ। ਆਹ ਚੀਜ਼ ਸਮਝਣ ਵਾਲੀ ਹੈ ਥੋੜ੍ਹੀ ਜਿਹੀ। ਅਤੇ ਐਕਟ ਪੁੱਛਿਆ ਹੈ ਤਾਂ ਆਪਾਂ ਚੁੱਪ ਕਰਕੇ 1925 ਨੂੰ ਟਿਕ ਕਰ ਦੇਵਾਂਗੇ, ਜੋ ਕਿ ਬਿਲਕੁਲ ਸਹੀ ਹੋਏਗਾ। ਅਤੇ ਐਟ ਪ੍ਰੈਜ਼ੈਂਟ ਜਿਹੜੇ ਇਹਦੇ ਕਰੰਟ ਪ੍ਰੈਜ਼ੀਡੈਂਟ ਨੇ ਉਹਨੇ ਬੀਬੀ ਜਗੀਰ ਕੌਰ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਜਦੋਂ ਗੁਰਦੁਆਰਾ ਕਮੇਟੀ ਬਣੀ ਸੀਗੀ ਉਸ ਟਾਈਮ 'ਤੇ ਪਹਿਲੇ ਪ੍ਰੈਜ਼ੀਡੈਂਟ ਕੌਣ ਸੀਗੇ, ਅਤੇ ਜਦੋਂ ਐਕਟ ਪਾਸ ਹੋ ਕੇ ਬਣੀ ਸੀਗੀ ਉਸ ਟਾਈਮ ਦੇ ਪਹਿਲੇ ਪ੍ਰੈਜ਼ੀਡੈਂਟ ਕੌਣ ਸੀਗੇ? ਆਈ ਨੋ ਕਿ ਕਾਫੀ ਘੱਟ ਬੱਚੇ ਜਾਣਦੇ ਹੋਣੇ ਇਸ ਚੀਜ਼ ਬਾਰੇ, ਲੇਕਿਨ ਅਗਰ ਜਾਣਦੇ ਨੇ ਤਾਂ ਵਧੀਆ ਗੱਲ ਹੈ। ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿਉਂਕਿ ਅੱਜ ਦੀ ਵੀਡੀਓ ਲੰਬੀ ਹੈ ਥੋੜ੍ਹੀ ਜਿਹੀ। ਮੈਂ ਵੀ ਚਾਹੁੰਦਾ ਕਿ ਤੁਸੀਂ ਵੀ ਆਪਣਾ ਪਾਰਟੀਸਪੇਸ਼ਨ ਦਿਖਾਉਂਦੇ ਰਹੋ, ਤਾਂ ਹੀ ਮਜ਼ਾ ਆਊਗਾ ਨਾ ਬਣਾਉਣ ਦਾ ਵੀ ਅਤੇ ਪੜ੍ਹਨ ਦਾ ਵੀ। ਅਤੇ ਆ ਵੀ ਉਹਨੂੰ ਪਤਾ ਹੈ ਕਿ ਬਹੁਤ ਹੀ ਰੇਅਰ ਬੱਚੇ ਹੀ ਲਿਖਦੇ ਨੇ, ਜਿਨ੍ਹਾਂ ਨੂੰ ਮੈਂ ਜਾਣਦਾ ਹੀ 4-5 ਬੱਚੇ ਨੇ, ਉਹੀ ਜਿਹੜੇ ਪੁਰਾਣੀ ਵੀਡੀਓਜ਼ 'ਤੇ ਵੀ ਕਮੈਂਟ ਕਰਦੇ ਆਏ ਨੇ। ਨੈਕਸਟ ਗੱਲ ਕਰ ਰਿਹਾ ਜੀ ਕਾਮਾਗਾਟਾ ਮਾਰੂ ਜਹਾਜ਼ ਬਾਰੇ। ਤਾਂ ਉਹ ਪੁੱਛ ਰਿਹਾ ਉਹਦੇ ਵਿੱਚ ਕਿੰਨੇ ਸਿੱਖ ਸੀਗੇ। ਟੋਟਲ ਜਿਹੜੇ ਯਾਤਰੀ ਸੀ ਉਹਨਾਂ ਬਾਰੇ ਨਹੀਂ ਗੱਲ ਕਰ ਰਿਹਾ, ਉਹਨਾਂ ਯਾਤਰੀ ਵਿੱਚ ਸਿੱਖ ਕਿੰਨੇ ਸੀਗੇ ਉਹਦੇ ਬਾਰੇ ਗੱਲ ਕਰ ਰਿਹਾ ਹੈਗਾ। ਲੇਕਿਨ ਆਪਾਂ ਇਹਨੂੰ ਵੀ ਡਿਟੇਲ ਦੇ ਵਿੱਚ ਜਾਣਦੇ ਹਾਂ। ਬੇਸਿਕਲੀ ਸੀਗੀ ਇੱਕ ਸ਼ਿਪ ਸੀਗੀ ਜਿਹੜੀ ਹਾਂਗਕਾਂਗ ਤੋਂ ਚੱਲੀ ਸੀਗੀ। ਕਦੋਂ? 4 ਅਪ੍ਰੈਲ 1914 ਨੂੰ। ਟੋਟਲ ਉਹਦੇ ਵਿੱਚ 376 ਭਾਰਤੀ ਸੀਗੇ। ਅਤੇ ਇਹਦਾ ਆਨਸਰ 376 ਲਾਵਾਂਗੇ? ਨਹੀਂ ਜੀ, 376 ਨਹੀਂ ਲਾਵਾਂਗੇ ਕਿਉਂਕਿ ਟੋਟਲ ਸੀਗੇ ਆਹ। ਜੇ ਮੈਂ ਇਹਨਾਂ ਦੀ ਵੰਡ ਕਰਦਾ ਤਾਂ ਉਹਦੇ ਵਿੱਚ 340 ਸਿੱਖ ਸੀਗੇ, 24 ਮੁਸਲਿਮ ਸੀਗੇ ਅਤੇ 12 ਹਿੰਦੂ ਸੀਗੇ। ਟੋਟਲ ਮਿਲਾ ਕੇ ਜੀ ਆ ਕਿੰਨਾ ਹੋ ਗਿਆ? 364 ਅਤੇ 12 376। ਕੱਲ੍ਹ ਪੁੱਛ ਰਿਹਾ ਸਿੱਖ ਸੀਗੇ ਇਹਦੇ ਵਿੱਚ 340। ਹਾਲਾਂਕਿ ਆਪਾਂ ਕਈ ਸੋਰਸਿਸ ਤੋਂ ਪੜ੍ਹਦੇ ਹਾਂ ਕਿ ਸਿੱਖ ਜਿਹੜੇ ਸੀਗੇ 1-2 ਘੱਟ ਸੀਗੇ, ਲੇਕਿਨ ਜੇ ਮੈਂ ਕੁਐਸਚਨ ਦੇ ਵਿੱਚ ਆਉਂਦਾ ਤਾਂ ਮੈਂ 340 ਨੂੰ ਹੀ ਟਿਕ ਕਰਾਂਗਾ ਸਹੀ। ਅਤੇ ਇਹਨੂੰ ਜਿਹੜੇ ਲੀਡ ਕਰ ਰਹੇ ਸੀ ਉਹ ਕਰ ਰਹੇ ਸੀਗੇ ਜੀ ਬਾਬਾ ਗੁਰਦਿੱਤ ਸਿੰਘ ਜੀ। ਆਨਸਰ ਹੋ ਜਾਊਗਾ ਆਪਸ਼ਨ ਨੰਬਰ C 340। ਹੁਣ ਆਪਾਂ ਮੇਨ ਪੁਆਇੰਟ ਤਾਂ ਦੇਖ ਲਏ ਹਾਂ, ਹੁਣ ਆਪਾਂ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਸਟੱਡੀ ਕਰਦੇ ਹਾਂ ਕਾਮਾਗਾਟਾ ਮਾਰੂ ਜਹਾਜ਼ ਬਾਰੇ। 4 ਅਪ੍ਰੈਲ 1914 ਨੂੰ ਹਾਂਗਕਾਂਗ ਤੋਂ ਚੱਲਿਆ ਸੀਗਾ ਅਤੇ ਪਹੁੰਚਿਆ ਕਦੋਂ? 23 ਮਈ 1914 ਨੂੰ ਕੈਨੇਡਾ ਦੇ ਵੈਨਕੂਵਰ ਦੇ ਵਿੱਚ। ਹੁਣ ਜਦੋਂ ਆਹ ਸ਼ਿਪ ਪਹੁੰਚੀ ਸੀਗੀ, ਇਹਨਾਂ ਨੂੰ ਉੱਥੇ ਇੱਕ ਤਰ੍ਹਾਂ ਤੋਂ ਬੰਦਰਗਾਹ ਤੋਂ ਜਗ੍ਹਾ ਨਹੀਂ ਮਿਲੀ ਸੀਗੀ ਕਿ ਇਹਨਾਂ ਨੂੰ ਉਤਾਰਿਆ ਜਾਵੇ, ਕਿਉਂਕਿ ਉਸ ਟਾਈਮ 'ਤੇ ਬ੍ਰਿਟਿਸ਼ ਚਾਹੁੰਦੇ ਨਹੀਂ ਸੀਗੇ ਕਿ ਏਸ਼ੀਅਨ ਲੋਕ ਜਿਹੜੇ ਆ ਇਸ ਤਰਫ ਆਉਣ। ਉਹਨਾਂ ਵਿੱਚੋਂ 376 ਵਿੱਚੋਂ 22 ਨੂੰ ਹੀ ਐਡਮਿਟ ਕੀਤਾ ਗਿਆ ਕੈਨੇਡਾ ਦੇ ਵਿੱਚ, ਕਿਉਂਕਿ ਉਹ ਕੈਨੇਡਾ ਦਾ ਡੋਮੀਸਾਈਲ ਦਿਖਾਉਣ ਵਿੱਚ ਸਕਸੈਸਫੁਲ ਰਹੇ ਸੀਗੇ। ਬਾਕੀ ਜਿਹੜੇ 352 ਰਹਿ ਗਏ ਉਹਨਾਂ ਨੂੰ ਕੀ ਕੀਤਾ? ਵਾਪਸ ਭੇਜ ਦਿੱਤਾ ਗਿਆ ਅਤੇ ਉਸ ਸ਼ਿਪ ਨੂੰ ਫੋਰਸ ਕੀਤਾ ਗਿਆ, ਯਾਨੀ ਕਿ ਧੱਕਾ ਕੀਤਾ ਗਿਆ ਕਿ ਤੁਸੀਂ ਕੈਨੇਡਾ ਦੀ ਧਰਤੀ ਨੂੰ ਜਾਂ ਕੈਨੇਡਾ ਦੇ ਪਾਣੀ ਨੂੰ ਛੱਡ ਦਿਓ ਤੁਸੀਂ, ਕਿਉਂਕਿ ਉਸ ਟਾਈਮ ਕੈਨੇਡਾ ਬੰਦਰਗਾਹ 'ਤੇ ਸੀਗੇ। ਬਾਅਦ ਦੇ ਵਿੱਚ ਆਹ ਜਿਹੜੀ ਸ਼ਿਪ ਹੈ ਉਹ ਪਹੁੰਚੀ ਹੈ ਸੀ 1914 29 ਸੈਪਟੈਂਬਰ ਨੂੰ ਕਲਕੱਤਾ। ਹੁਣ ਹੋਇਆ ਕੀ ਹੈ ਜੀ, ਬੇਸਿਕਲੀ ਇਹਨੂੰ ਬਜ ਦੇ ਦੌਰਾਨ ਦੇ ਕੋਲ ਭੇਜਤਾ ਸੀਗਾ ਕਿਉਂਕਿ ਕਲਕੱਤਾ ਦੇ ਨੇੜੇ ਹੀ ਹੈਗਾ। ਅਤੇ ਉੱਥੇ ਹੋਇਆ ਕੀ ਸੀਗਾ, ਪੁਲਿਸ ਅਤੇ ਸਿੱਖਾਂ ਦੀ ਝੜਪ ਹੋਈ ਸੀਗੀ ਅਤੇ ਬਾਅਦ ਦੇ ਵਿੱਚ ਬਾਬਾ ਗੁਰਦੀਪ ਸਿੰਘ ਵੀ ਉੱਧਰੋਂ ਇਸਕੇਪ ਕਰ ਗਏ ਸੀਗੇ। ਲੇਕਿਨ ਬਾਅਦ ਦੇ ਵਿੱਚ ਜਿਹੜਾ ਮੈਂ ਪੜ੍ਹਿਆ ਹੈਗਾ ਕਿ ਗਾਂਧੀ ਜੀ ਦੇ ਕਹਿਣ 'ਤੇ ਉਹਨਾਂ ਨੇ ਸਰੈਂਡਰ ਕਰ ਦਿੱਤਾ ਸੀਗਾ। ਬਾਅਦ 'ਚ ਉਹਨਾਂ ਨੂੰ 5 ਸਾਲ ਦੀ ਸਜ਼ਾ ਵੀ ਹੋਈ ਸੀ ਅਤੇ ਉਹਨਾਂ ਨੂੰ ਛੱਡ ਦਿੱਤਾ ਗਿਆ ਸੀਗਾ। ਤਾਂ ਬੇਸਿਕਲੀ ਆ ਪੂਰਾ ਜਿਹੜਾ ਇੰਸੀਡੈਂਟ ਸੀਗਾ ਉਹ ਆਹੀ ਸੀਗਾ। ਕਿਉਂਕਿ ਜਦੋਂ ਆ ਸ਼ਿਪ ਕੋਲਕਾਤਾ ਪਹੁੰਚੀ ਸੀਗੀ ਤਾਂ ਉੱਥੇ ਇੱਕ ਟ੍ਰੇਨ ਕਰ ਦਿੱਤੀ ਗਈ ਸੀਗੀ ਵੀ ਤੁਸੀਂ ਸ਼ਿਪ ਤੋਂ ਸਿੱਧਾ ਟ੍ਰੇਨ ਦੇ ਰਾਹੀਂ ਪੰਜਾਬ ਚਲੇ ਜਾਓ। ਬਟ ਜਿਹੜੇ ਪੈਸੇਂਜਰ ਸੀਗੇ ਉਹ ਚਾਹੁੰਦੇ ਸੀਗੇ ਕਿ ਅਸੀਂ ਕਲਕੱਤਾ ਵੱਲ ਹੀ ਰੁਕੀਏ, ਅਤੇ ਉਹਨਾਂ ਨੇ ਕਲਕੱਤਾ ਦੇ ਜਿਹੜਾ ਸ਼ਹਿਰ ਹੈ ਉਹਦੇ ਵਿੱਚ ਵੱਲ ਮਾਰਚ ਵੀ ਕੱਢਿਆ ਸੀਗਾ। ਅਤੇ ਉਸ ਟਾਈਮ 'ਤੇ ਫਿਰ ਪੁਲਿਸ ਨੇ ਓਪਨ ਫਾਇਰ ਸ਼ੁਰੂ ਕਰ ਦਿੱਤਾ ਗਿਆ ਸੀਗਾ। 19 ਸਿੱਖ ਦੇ ਵਿੱਚ ਮਾਰੇ ਵੀ ਗਏ ਸੀਗੇ। ਤਾਂ ਆਹ ਜਿਹੜੀ ਸੀਗੀ ਪੂਰੀ ਕਹਾਣੀ ਸੀਗੀ।
ਨੈਕਸਟ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਨਾਇਬ ਤਹਿਸੀਲਦਾਰ ਦੀ ਵੀ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਜਿਹਦੇ ਕਿ 31 ਪਾਰਟ ਜਿਹੜੇ ਟੋਟਲੀ ਅਪਲੋਡ ਹੋ ਚੁੱਕੇ ਨੇ। ਤੇ ਆਹ ਹੈਸ਼ਟੈਗ ਤਾਂ ਮੈਨੂੰ ਤੁਹਾਨੂੰ ਦੱਸਿਆ ਹੀ ਹੋਇਆ ਕਿ ਸਟੱਡੀ ਵਿਦ ਸੁਨੀਲ ਜਿੰਦਲ ਤੁਸੀਂ ਯੂਜ਼ ਕਰ ਸਕਦੇ ਹੋ। ਤੇ ਇਸ ਵੀਡੀਓ ਦੇ ਵਿੱਚ ਪਾਰਟਿਕੂਲਰ ਮੈਂ ਜਿੰਨੇ ਵੀ ਵਿਟਾਮਿਨਸ ਨੇ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ ਉਹਨਾਂ ਬਾਰੇ ਮੈਂ ਬੜੇ ਹੀ ਡਿਟੇਲ ਦੇ ਵਿੱਚ ਦੱਸਿਆ ਹੈਗਾ। ਤੇ ਇੱਥੇ ਆਈ ਬਟਨ ਆਊਗਾ, ਜਾ ਕੇ ਤੁਸੀਂ ਜ਼ਰੂਰ ਦੇਖਿਓ। ਆਹ ਵੀਡੀਓ ਕਾਫੀ ਜ਼ਿਆਦਾ ਹੈਲਪਫੁਲ ਰਹਿਣ ਵਾਲੀ ਹੈ ਤੁਹਾਨੂੰ। ਨੈਕਸਟ ਗੱਲ ਕਰਦੇ ਹਾਂ ਆਪਾਂ ਵੀ ਜਿਹੜਾ ਕਾਕੋਰੀ ਕਾਨਫਰੰਸ ਹੋਈ ਸੀਗੀ, ਤਾਂ ਉਸ ਵਿੱਚ ਕਿਹਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀਗੀ। ਆਹ ਗੱਲ ਤੁਹਾਨੂੰ ਪਤਾ ਹੀ ਹੈ ਕਿ 9 ਅਗਸਤ 1925 ਨੂੰ ਲਖਨਊ ਦੇ ਨੀਅਰ ਇੱਕ ਕਾਕੋਰੀ ਜਗ੍ਹਾ ਹੈ ਜਿਹਦੇ ਵਿੱਚ ਟ੍ਰੇਨ ਲੁੱਟੀ ਗਈ ਸੀਗੀ, ਜਿਨ੍ਹਾਂ ਵਿੱਚ ਅੰਗਰੇਜ਼ਾਂ ਦਾ ਮਾਲ ਸੀਗਾ। ਉਸ ਘਟਨਾ ਦੇ ਬਾਅਦ, ਉਸ ਟ੍ਰੇਨ ਰੋਬਰੀ ਤੋਂ ਬਾਅਦ 29 ਜਿਹੜੇ ਕ੍ਰਾਂਤੀਕਾਰੀ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ। ਤੇ ਜਿਨ੍ਹਾਂ ਵਿੱਚੋਂ ਫਾਂਸੀ ਦਿੱਤੀ ਗਈ ਸੀਗੀ ਉਹ ਸੀਗੇ ਰਾਮ ਪ੍ਰਸਾਦ ਬਿਸਮਿਲ, ਅਸ਼ਫਾਕੁੱਲਾ ਖਾਂ, ਰੋਸ਼ਨ ਸਿੰਘ ਤੇ ਰਾਜਿੰਦਰ ਲਹੇਰੀ। ਤੇ ਬੇਸਿਕਲੀ ਇਹਦੇ ਵਿੱਚ ਸਾਰੇ ਮੈਂਬਰ ਕਿਹੜੇ ਸੀਗੇ ਜੀ, HRA ਦੇ ਸੀਗੇ, ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦੇ ਹੀ ਸਾਰੇ ਮੈਂਬਰ ਸੀਗੇ। ਤੇ ਉਹਨਾਂ ਵਿੱਚੋਂ ਇੱਕ ਮੈਂਬਰ ਸੀਗੇ ਚੰਦਰ ਸ਼ੇਖਰ ਆਜ਼ਾਦ, ਜੋ ਕਿ ਇਸ ਰੋਬਰੀ ਦੇ ਬਾਵਜੂਦ ਵੀ ਜਿਹੜੇ ਸੀਗੇ ਫਰਾਰ ਹੋ ਗਏ ਸੀ, ਫੜੇ ਨਹੀਂ ਗਏ ਸੀਗੇ। ਇਨਫੈਕਟ ਜੇ ਮੈਂ ਕਹਾਂ ਕਿ ਉਹ ਇਕੱਲੇ ਮੈਂਬਰ ਸੀਗੇ HRA ਦੇ ਜੋ ਅੰਗਰੇਜ਼ਾਂ ਤੋਂ ਕਦੇ ਫੜੇ ਨਹੀਂ ਗਏ ਸੀਗੇ, ਲੇਕਿਨ ਬਾਅਦ ਦੇ ਵਿੱਚ ਇਲਾਹਾਬਾਦ ਦੇ ਅਲਫਰੈਡ ਪਾਰਕ ਦੇ ਵਿੱਚ ਐਨਕਾਊਂਟਰ ਦੇ ਵਿੱਚ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਸੀਗੀ। ਬੇਸਿਕਲੀ ਉਹਨਾਂ ਨੇ ਖੁਦ ਨੂੰ ਇੱਕ ਸਿੰਗਲ ਗੋਲੀ ਰਹਿ ਗਈ ਸੀ। ਹਾਲਾਂਕਿ ਤੁਸੀਂ ਫਿਲਮਾਂ ਦੇ ਵਿੱਚ ਵੀ ਦੇਖਿਆ ਹੀ ਹੋਣਾ ਕਿ ਇੱਕ ਇਕੱਲੀ ਗੋਲੀ ਰਹਿ ਗਈ ਸੀ। ਉਹਨਾਂ ਨੇ ਸੋਚਿਆ ਕਿ ਅੰਗਰੇਜ਼ਾਂ ਦੀ ਗੋਲੀ ਖਾਣ ਨਾਲੋਂ ਵਧੀਆ ਹੈ ਕਿ ਮੈਂ ਆਹ ਗੋਲੀ ਹੀ ਜਿਹੜਾ ਹੈ ਖੁਦ ਦੇ ਉੱਪਰ ਮਤਲਬ ਆਤਮ ਹੱਤਿਆ ਕਰ ਲਾਂ, ਲੇਕਿਨ ਮੈਂ ਅੰਗਰੇਜ਼ਾਂ ਦੁਆਰਾ ਨਾ ਮਾਰਿਆ ਜਾਵਾਂ। ਤੇ ਇਸ ਕੁਐਸਚਨ ਦਾ ਆਨਸਰ ਕੀ ਹੋ, ਕਿਉਂਕਿ ਭਗਤ ਸਿੰਘ ਦਾ ਤਾਂ ਜੀ ਕਾਕੋਰੀ ਕੌਂਸਪੀਰੇਸੀ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਹੈਗਾ, ਨਾ ਹੀ ਬਟੂਕੇਸ਼ਵਰ ਦੱਤ ਹੈ। ਜਿਹੜੇ ਚੰਦਰ ਸ਼ੇਖਰ ਆਜ਼ਾਦ ਸੀ ਉਹ ਤਾਂ ਫਰਾਰ ਹੀ ਹੋ ਗਏ ਸੀਗੇ। ਜਿਹੜਾ ਰਹਿੰਦਾ ਆਪਸ਼ਨ ਰਹਿ ਗਿਆ ਉਹ ਹੈਗਾ ਜੀ ਰਾਮ ਪ੍ਰਸਾਦ ਬਿਸਮਿਲ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਹੁਣ ਆਪਾਂ ਗੱਲ ਕਰਦੇ ਹਾਂ ਜੀ 8 ਅਪ੍ਰੈਲ 1929 ਨੂੰ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਇੱਕ ਬੰਬ ਸੁੱਟਿਆ ਗਿਆ ਸੀਗਾ। ਉਹ ਕਿਸੇ ਨੂੰ ਮਾਰਨ ਦੇ ਉਦੇਸ਼ ਨਾਲ ਨਹੀਂ ਸੁੱਟਿਆ ਗਿਆ ਸੀਗਾ, ਜਸਟ ਇੱਕ ਗੁੰਗੀ ਸਰਕਾਰ ਨੂੰ ਇੱਕ ਆਵਾਜ਼ ਦੇਣ ਦੇ ਲਈ ਕਿ ਹਾਂ ਵੀ ਜਾਗ ਜਾਓ ਕਿ ਇਸ ਟਾਈਮ ਵੀ ਜਿਹੜੇ ਰੈਵੋਲੂਸ਼ਨਰੀ ਨੇ ਉਹ ਆਪਣੀ ਪਾਵਰ ਦੇ ਵਿੱਚ ਨੇ, ਉਹ ਕੁਝ ਵੀ ਕਰ ਸਕਦੇ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ। ਤਾਂ ਕੁਐਸਚਨ ਦੇ ਵਿੱਚ ਪੁੱਛਿਆ ਕਿ ਕਿਹਨੇ ਬੰਬ ਸੁੱਟਿਆ ਸੀਗਾ। ਇਹ ਗੱਲ ਤਾਂ ਸਭ ਨੂੰ ਪਤਾ ਹੈ ਕਿ ਭਗਤ ਸਿੰਘ ਸੀ ਉਹਨਾਂ ਵਿੱਚੋਂ, ਲੇਕਿਨ ਜਿਹੜਾ ਦੂਜਾ ਨਾਮ ਹੈ ਉਹਦੇ ਵਿੱਚ ਕਈ ਵਾਰ ਕਨਫਿਊਜ਼ਨ ਹੋ ਜਾਂਦੀ ਹੈ, ਉਹ ਹੈਗਾ ਜੀ ਬਟੂਕੇਸ਼ਵਰ ਦੱਤ। ਆਪਸ਼ਨ ਨੰਬਰ D ਇਹਦਾ ਸਹੀ ਆਨਸਰ ਹੈ 1 and 4। ਤੇ ਕਈ ਵਾਰ ਆ ਪੁੱਛ ਲੈਂਦੇ ਨੇ ਕਿ ਜਦੋਂ ਬੰਬ ਸੁੱਟਿਆ ਗਿਆ ਸੀਗਾ ਉਸ ਟਾਈਮ ਜਿਹੜਾ ਅਸੈਂਬਲੀ ਸੀ ਉਹਦੇ ਵਿੱਚ ਕਿਹੜੇ ਬਿੱਲ ਬਾਰੇ ਗੱਲ ਹੋ ਰਹੀ ਸੀਗੀ, ਤਾਂ ਉਸ ਦੇ ਵਿੱਚ ਟ੍ਰੇਡ ਡਿਸਪਿਊਟ ਐਂਡ ਸੇਫਟੀ ਬਿੱਲ ਬਾਰੇ ਗੱਲ ਹੋ ਰਹੀ ਸੀਗੀ। ਤੇ ਜਦੋਂ ਇਹਨਾਂ ਨੂੰ ਫੜਿਆ ਗਿਆ ਸੀਗਾ, ਕਿਉਂਕਿ ਇਹਨਾਂ ਦਾ ਉਦੇਸ਼ ਤਾਂ ਸੀਗਾ ਕਿ ਕਿਸੇ ਨੂੰ ਮਾਰਨਾ ਨਹੀਂ ਹੈਗਾ, ਤਾਂ ਇਹਨਾਂ ਨੂੰ ਫਿਰ ਵੀ ਅਟੈਂਪਟ ਟੂ ਮਰਡਰ ਦੇ ਚਾਰਜਿਸ ਇਹਨਾਂ ਦੇ ਉੱਪਰ ਲਾਏ ਗਏ ਸੀਗੇ। ਤੇ ਬਾਅਦ ਦੇ ਵਿੱਚ ਜਿਹੜੀ ਸਾਂਡਰਸ ਨੂੰ ਮਾਰਿਆ ਗਿਆ ਸੀਗਾ ਉਹਦੀ ਹਲੇ ਇਨਵੈਸਟੀਗੇਸ਼ਨ ਤਾਂ ਚੱਲ ਹੀ ਰਹੀ ਸੀਗੀ। ਤੇ ਬਾਅਦ ਦੇ ਵਿੱਚ ਭਗਤ ਸਿੰਘ, ਚੰਦਰ ਸ਼ੇਖਰ, ਰਾਜਗੁਰੂ ਇਹਨਾਂ ਸਾਰਿਆਂ ਨੇ ਜਿਹਨਾਂ ਨੇ ਮਿਲ ਕੇ ਸਾਂਡਰਸ ਨੂੰ ਮਾਰਿਆ ਸੀਗਾ, ਤਾਂ ਲਾਹੌਰ ਕੌਂਸਪੀਰੇਸੀ ਦੇ ਚਾਰਜਿਸ ਵੀ ਇਹਨਾਂ 'ਤੇ ਲੱਗੇ, ਜਿਨ੍ਹਾਂ ਕਰਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀਗੀ। ਤੇ ਬਾਅਦ ਦੇ ਵਿੱਚ ਭਗਤ ਸਿੰਘ ਜੀ ਨੂੰ, ਰਾਜਗੁਰੂ ਜੀ ਨੂੰ ਤੇ ਸੁਖਦੇਵ ਜੀ ਨੂੰ ਜਿਹੜੇ ਸੀਗੀ ਸ਼ਹੀਦੀ ਪ੍ਰਾਪਤ ਵੀ ਹੋਈ ਸੀ। ਇਹ ਗੱਲ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ। ਨੈਕਸਟ ਗੱਲ ਕਰ ਰਿਹਾ ਕਿ ਲੌਂਗ ਲੀਵ ਰੈਵੋਲੂਸ਼ਨ ਕਿਸ ਨਾਲ ਐਸੋਸੀਏਟ ਕਰਦਾ ਹੈ। ਦੈਟ ਮੀਨਸ ਇਨਕਲਾਬ ਜ਼ਿੰਦਾਬਾਦ ਦਾ ਜਿਹੜਾ ਨਾਰਾ ਹੈਗਾ, ਇਹ ਗੱਲ ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਸਰਦਾਰ ਭਗਤ ਸਿੰਘ ਜੀ ਨੇ ਇਹ ਨਾਰਾ ਜਿਹੜਾ ਫੇਮਸ ਕੀਤਾ ਸੀਗਾ। ਲੇਕਿਨ ਜੇਕਰ ਆ ਗੱਲ ਮੈਂ ਪੁੱਛ ਲਾਂ ਕਿ ਇਹ ਨਾਰਾ ਲਿਖਿਆ ਕਿਹਨੇ ਸੀਗਾ, ਉਸ ਟਾਈਮ 'ਤੇ ਆਪਾਂ ਸਰਦਾਰ ਭਗਤ ਸਿੰਘ ਆਨਸਰ ਨਹੀਂ ਲਾਵਾਂਗੇ, ਕਿਉਂਕਿ ਇਹ ਨਾਰਾ ਲਿਖਿਆ ਸੀਗਾ ਮੁਹੰਮਦ ਇਕਬਾਲ ਨੇ। ਲੇਕਿਨ ਇਹ ਯੂਜ਼ ਕੀਤਾ ਗਿਆ ਸੀਗਾ ਭਗਤ ਸਿੰਘ ਦੁਆਰਾ, ਅਤੇ ਉਹਨਾਂ ਨੇ ਹੀ ਇਹਨੂੰ ਪੋਪੂਲਰ ਬਣਾਇਆ, ਜੋ ਕਿ ਅੱਜ ਵੀ ਆਪਾਂ ਦੇਖਦੇ ਹਾਂ ਕਿ ਜਿਹੜੀ ਆਪ ਦੀ ਸਰਕਾਰ ਹੈ ਉਹ ਇਸ ਸਲੋਗਨ ਨੂੰ ਯੂਜ਼ ਕਰਦੀ ਹੈ। ਨੈਕਸਟ ਹੈ ਕਿ ਇੱਕ ਲਾਈਨ ਹੈ ਕਿ ਕ੍ਰਿਟਿਸਿਜ਼ਮ ਐਂਡ ਇੰਡੀਪੈਂਡੈਂਟ ਥਾਟ ਆਰ ਦਾ 2 ਕਰੈਕਟਰਿਸਟਿਕਸ ਆਫ ਏ ਰੈਵੋਲੂਸ਼ਨਰੀ। ਯਾਨੀ ਕਿ ਇੱਕ ਤਾਂ ਕਿਸੇ ਚੀਜ਼ ਦੀ ਗਲਤ ਚੀਜ਼ ਦਾ ਕ੍ਰਿਟਿਸਾਈਜ਼ ਕਰਨਾ ਅਤੇ ਆਪਣੇ ਆਜ਼ਾਦ ਸੋਚ ਰੱਖਣਾ, ਇਹ ਇੱਕ ਕ੍ਰਾਂਤੀਕਾਰੀਆਂ ਦੇ ਜਿਹੜੇ ਨੇ 2 ਕਰੈਕਟਰਿਸਟਿਕਸ ਨੇ। ਆਹ ਲਾਈਨ ਵੀ ਜਿਹੜੀ ਕਹੀ ਸੀਗੀ ਸਰਦਾਰ ਭਗਤ ਸਿੰਘ ਜੀ ਨੇ ਹੀ ਆਖੀ ਸੀਗੀ। ਨੈਕਸਟ ਗੱਲ ਕਰਦੇ ਹਾਂ ਹੂ ਵਾਜ਼ ਦਾ ਫਸਟ ਚੇਅਰਮੈਨ ਆਫ ਗਦਰ ਪਾਰਟੀ। ਗਦਰ ਪਾਰਟੀ ਦੇ ਉੱਪਰ ਵੀ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ, ਅਤੇ ਆਪਾਂ ਨੂੰ ਪਤਾ ਹੀ ਹੈ ਕਿ USA ਦੇ ਸੈਨ ਫਰਾਂਸਿਸਕੋ ਦੇ ਵਿੱਚ 1913 ਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਨੇ ਜਿਹੜੇ ਇੱਕ ਆਰਗੇਨਾਈਜੇਸ਼ਨ ਬਣਾਈ ਸੀ ਜਿਹਦਾ ਨਾਮ ਸੀਗਾ ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਆਰਗੇਨਾਈਜੇਸ਼ਨ। ਇਹ ਜਿਹੜੀ ਆਰਗੇਨਾਈਜੇਸ਼ਨ ਹੈ ਇੱਕ ਵੀਕਲੀ ਅਖਬਾਰ ਕੱਢਦੀ ਸੀਗੀ ਜਿਹਦਾ ਨਾਂ ਸੀਗਾ ਗਦਰ। ਬਾਅਦ ਦੇ ਵਿੱਚ ਆਹੀ ਗਦਰ ਸੀਗਾ ਜਿਹੜਾ ਇਸ ਪਾਰਟੀ ਦਾ ਨਾਮ ਵੀ ਪੈ ਗਿਆ ਸੀਗਾ। ਜਿਹੜੇ ਦੇ ਮੈਂਬਰ ਹੋਰ ਕਿਹੜੇ ਸੀਗੇ, ਬਾਬਾ ਸੋਹਣ ਸਿੰਘ ਭਕਨਾ ਤੋਂ ਇਲਾਵਾ ਲਾਲਾ ਹਰਦਿਆਲ ਜੀ ਹੋ ਗਏ, ਰਾਜਾ ਮਹਿੰਦਰ ਪ੍ਰਤਾਪ, ਅਬਦੁਲ ਰਹਿਮਾਨ, ਮੈਡਮ ਭੀਕਾ ਜੀ ਕਾਮਾ, ਭਾਈ ਪਰਮਾਨੰਦ ਅਤੇ ਕਰਤਾਰ ਸਿੰਘ ਸਰਾਭਾ। ਲੇਕਿਨ ਗੱਲ ਹੁਣ ਇੱਥੇ ਆਉਂਦੀ ਹੈ ਕਿ ਫਸਟ ਚੇਅਰਮੈਨ ਕੌਣ ਸੀਗੇ, ਤਾਂ ਆਪਾਂ ਇਹਦਾ ਆਨਸਰ ਲਾਵਾਂਗੇ ਬਾਬਾ ਸੋਹਣ ਸਿੰਘ ਭਕਨਾ। ਹਾਲਾਂਕਿ ਤੁਸੀਂ ਇਹਨਾਂ ਵਿੱਚ ਕਾਫੀ ਕਨਫਿਊਜ਼ ਵੀ ਹੋ ਰਹੋਗੇ ਕਿ ਲਾਲਾ ਹਰਦਿਆਲ ਦਾ ਆਨਸਰ ਕਿਉਂ ਨਹੀਂ ਹੈਗਾ।
ਕਿਉਂਕਿ ਜਿਹੜੇ ਫਾਊਂਡਿੰਗ ਮੈਂਬਰ ਸੀ ਨਾ ਉਹ ਤਾਂ ਸਾਰੇ ਹੀ ਸੀਗੇ, ਲੇਕਿਨ ਚੇਅਰਮੈਨ ਕੌਣ ਸੀਗੇ? ਬਾਬਾ ਸੋਹਣ ਸਿੰਘ ਭਕਨਾ ਸੀਗੇ। ਲੇਕਿਨ ਆਪਾਂ ਲਾਲਾ ਹਰਦਿਆਲ ਨੂੰ ਨਾ ਉਸ ਟਾਈਮ ਤੇ ਆਪਸ਼ਨ ਦੇ ਵਿੱਚ ਟਿਕ ਕਰਾਂਗੇ ਜਿਸ ਟਾਈਮ ਦੇ ਵਿੱਚ ਮੰਨ ਲਓ ਇੱਥੇ ਬਾਬਾ ਸੋਹਣ ਸਿੰਘ ਭਕਨਾ ਆਪਸ਼ਨ ਦੇ ਵਿੱਚ ਦਿੱਤੇ ਨੇ। ਮੰਨ ਲਓ ਜੇ ਮੈਂ ਕਹਿਦਾ ਆਪਸ਼ਨ ਨੰਬਰ ਡੀ ਦੇ ਵਿੱਚ ਨਾ ਕਰਤਾਰ ਸਿੰਘ ਸਰਾਭਾ ਲਿਖਿਆ ਹੋਇਆ, ਉਸ ਕੇਸ ਦੇ ਵਿੱਚ ਨਾ ਆਪਾਂ ਲਾਲਾ ਹਰਦਿਆਲ ਨੂੰ ਸਹੀ ਆਨਸਰ ਲਾਵਾਂਗੇ। ਲੇਕਿਨ ਜੇਕਰ ਬਾਬਾ ਸੋਹਣ ਸਿੰਘ ਭਕਨਾ ਦਿੱਤੇ ਹੋਏ ਆਪਸ਼ਨ ਦੇ ਵਿੱਚ ਤਾਂ ਆਪਾਂ ਉਹਨਾਂ ਨੂੰ ਹੀ ਲਾਵਾਂਗੇ। ਮੋਸਟ ਆਫ ਦਾ ਟਾਈਮ ਕੀ ਹੁੰਦਾ ਜਦੋਂ ਆ ਕੁਐਸਚਨ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਤਾਂ ਆਪਸ਼ਨਸ ਦੇ ਵਿੱਚ ਨਾ ਬਾਬਾ ਸੋਹਣ ਸਿੰਘ ਭਕਨਾ ਨਹੀਂ ਹੁੰਦੇ ਹੈਗੇ। ਇਸ ਕਰਕੇ ਆਪਾਂ ਲਾਲਾ ਹਰਦਿਆਲ ਨੂੰ ਸਹੀ ਆਨਸਰ ਮੰਨਦੇ ਹਾਂ। ਆਈ ਹੋਪ ਤੁਹਾਨੂੰ ਇਹ ਸਾਰੀ ਗੱਲਾਂ ਕਲੀਅਰ ਹੋਣਗੀਆਂ। ਆਈ ਥਿੰਕ ਆ ਕੁਐਸਚਨ ਦੁਬਾਰਾ ਜਿਹੜਾ ਹੈਗਾ ਰਿਪੀਟ ਹੋ ਗਿਆ, ਆਪਾਂ ਡਿਸਕਸ ਕਰ ਚੁੱਕੇ ਹਾਂ ਆਲਰੇਡੀ ਇਹਨੂੰ। ਨੈਕਸਟ ਹੈ, ਜਦੋਂ ਰੋਲੈਟ ਐਕਟ ਪਾਸ ਹੋਇਆ ਸੀਗਾ ਉਸ ਟਾਈਮ 'ਤੇ ਇੰਡੀਆ ਦਾ ਵਾਇਸਰਾਏ ਕੌਣ ਸੀਗਾ? ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਰੋਲੈਟ ਐਕਟ ਆਇਆ ਕਦੋਂ ਸੀਗਾ, ਜਿਹਨੂੰ ਕਿ ਕਾਲਾ ਕਾਨੂੰਨ ਵੀ ਕਿਹਾ ਗਿਆ ਸੀਗਾ, ਕਿਉਂਕਿ ਇਸ ਟਾਈਮ 'ਤੇ ਕੀ ਸੀਗਾ ਕਿ ਕਿਸੇ ਨੂੰ ਸ਼ੱਕ ਦੇ ਆਧਾਰ 'ਤੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਸੀਗਾ। ਯਾਨੀ ਕਿ ਪਹਿਲਾਂ ਨੋਰਮਲੀ ਹੁੰਦਾ ਕੀ ਹੈ ਵੀ ਕੋਈ ਇਹੋ ਜਿਹੀ ਘਟਨਾ ਵਾਪਰੇ, ਬਾਅਦ 'ਚ ਕੋਈ ਸਬੂਤ ਮਿਲੇ, ਫਿਰ ਅਰੈਸਟ ਕੀਤਾ ਜਾਂਦਾ ਸੀਗਾ। ਲੇਕਿਨ ਹੁਣ ਕੀ ਕੀਤਾ, ਰੋਲੈਟ ਐਕਟ ਦੇ ਦੌਰਾਨ ਜੇ ਕਿਸੇ 'ਤੇ ਸੰਦੇਹ ਵੀ ਹੈ ਤਾਂ ਬ੍ਰਿਟਿਸ਼ ਸਰਕਾਰ ਉਹਨੂੰ ਕਿਸੇ ਵੀ ਵਾਰੰਟ ਦੇ ਬਿਨਾਂ ਹੀ ਗ੍ਰਿਫਤਾਰ ਕਰ ਸਕਦੀ ਸੀਗੀ। ਅਤੇ ਇੱਕ ਸੈਡੀਸ਼ਨ ਕਮੇਟੀ ਬਣਾਈ ਗਈ ਸੀਗੀ, ਉਹਦੇ ਦੁਆਰਾ ਹੀ ਇਹ ਜਿਹੜੀ ਰੈਕਮੈਂਡੇਸ਼ਨ ਹੈ ਦਿੱਤੀ ਗਈ ਸੀਗੀ। ਅਤੇ ਜਿਹੜਾ ਲੋਰਡ ਚੈਮਸਫੋਰਡ ਹੈ ਉਹਦਾ ਕਾਰਜਕਾਲ ਸੀਗਾ 1916 ਤੋਂ ਲੈ ਕੇ 21 ਤੱਕ ਦਾ। ਅਤੇ ਆ ਮੈਂ ਤੁਹਾਨੂੰ ਦੱਸ ਚੁੱਕਿਆ ਕਿ 1919 ਦੇ ਵਿੱਚ ਆਇਆ ਸੀਗਾ। ਦੈਟ ਮੀਨਸ ਆ ਇਸੇ ਦੇ ਵਿਚਕਾਰ ਆਇਆ ਸੀਗਾ ਜੀ। ਆਨਸਰ ਹੋ ਜਾਊਗਾ ਆਪਸ਼ਨ ਨੰਬਰ ਸੀ। ਅਤੇ ਇੱਕ ਨਾ ਲੋਰਡ ਅਰਵਿੰਦ ਦਾ ਨਾਮ ਕਾਫੀ ਜ਼ਿਆਦਾ ਫੇਮਸ ਹੈ। ਕਿਉਂ ਹੈਗਾ? ਕਿਉਂਕਿ 1931 ਦੇ ਵਿੱਚ ਨਾ ਗਾਂਧੀ ਅਰਵਿੰਦ ਪੈਕਟ ਹੋਇਆ ਸੀਗਾ। ਇਸੇ ਪੈਕਟ ਦੇ ਬਾਅਦ ਜਿਹੜਾ ਸੀ ਜਿਹੜੀ ਰਾਊਂਡ ਟੇਬਲ ਕਾਨਫਰੰਸ ਸੀਗੀ ਉਹਦੇ ਵਿੱਚ ਗਾਂਧੀ ਜੀ ਗਏ ਸੀਗੇ। ਨੈਕਸਟ ਗੱਲ ਕਰ ਰਿਹਾ ਕਿ ਵਾਈ ਡਿਡ ਪੀਪਲ ਗੈਦਰ ਟੂ ਡੈਮੋਨਸਟ੍ਰੇਟ ਐਟ ਜਲਿਆਂਵਾਲਾ ਬਾਗ? ਕਿ ਲੋਕ ਜਲਿਆਂਵਾਲਾ ਬਾਗ ਦੇ ਵਿੱਚ ਇਕੱਠੇ ਕਿਉਂ ਹੋਏ ਸੀਗੇ? ਕਿਉਂਕਿ 1919 ਦੇ ਵਿੱਚ ਜਿਹੜਾ ਰੋਲੈਟ ਐਕਟ ਪਾਸ ਹੋਇਆ ਸੀ ਨਾ, ਉਸ ਕਰਕੇ ਜਿਹੜਾ ਡਾਕਟਰ ਸੈਫੂਦੀਨ ਕਿਚਲੂ ਅਤੇ ਡਾਕਟਰ ਸੱਤਿਆਪਾਲ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀਗਾ। ਅਤੇ ਉਹਨਾਂ ਦੇ ਇੱਕ ਤਰ੍ਹਾਂ ਦੇ ਵਿਰੋਧ ਦੇ ਹੀ ਅਤੇ ਇੱਕ ਭਾਸ਼ਣ ਸੁਣਨ ਲਈ ਜਿਹੜੀ ਸੀਗੀ ਜਲਿਆਂਵਾਲਾ ਬਾਗ ਦੇ ਵਿੱਚ ਭੀੜ ਇਕੱਠੀ ਹੋਈ ਸੀਗੀ। ਬਾਅਦ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਨਰਲ ਡਾਇਰ ਨੇ, ਬ੍ਰਿਗੇਡੀਅਰ ਜਨਰਲ ਡਾਇਰ ਸੀਗਾ, ਉਹਨੇ ਉੱਥੇ ਆ ਕੇ ਓਪਨ ਫਾਇਰ ਕੀਤਾ ਸੀਗਾ ਅਤੇ ਬਹੁਤ ਜ਼ਿਆਦਾ ਲੋਕ ਇਹਦੇ ਵਿੱਚ ਮਾਰੇ ਗਏ ਸੀਗੇ, ਜਿਹਨੂੰ ਕਿ ਆਪਾਂ ਅੱਜ ਵੀ ਜਲਿਆਂਵਾਲਾ ਬਾਗ ਮੈਸਕਰੇ ਦੇ ਨਾਂ 'ਤੇ, ਹੱਤਿਆਕਾਂਡ ਦੇ ਨਾਂ 'ਤੇ ਜਾਣਦੇ ਹਾਂ। ਬਾਅਦ ਦੇ ਵਿੱਚ ਕੁਐਸਚਨ ਪੁੱਛ ਰਿਹਾ ਕਿ ਜਲਿਆਂਵਾਲਾ ਬਾਗ ਦੇ ਜਿਹੜਾ ਹੱਤਿਆਕਾਂਡ ਹੋਇਆ ਸੀਗਾ ਉਸ ਦੇ ਪ੍ਰੋਟੈਸਟ ਦੇ ਨਾਮ 'ਤੇ ਕਿਸ ਨੇ, ਜਿਹਨੂੰ ਨਾਈਟਹੁੱਡ ਦਾ ਟਾਈਟਲ ਦਿੱਤਾ ਗਿਆ ਸੀਗਾ ਅੰਗਰੇਜ਼ਾਂ ਦੁਆਰਾ, ਉਹ ਵਾਪਸ ਕਰ ਦਿੱਤਾ ਗਿਆ ਸੀਗਾ। ਕਿਉਂਕਿ ਉਹ ਬਹੁਤ ਵੱਡੇ ਪੋਇਟ ਸੀਗੇ, ਉਹਨਾਂ ਨੂੰ ਨੋਬਲ ਪੁਰਸਕਾਰ ਵੀ ਮਿਲ ਚੁੱਕਿਆ ਲਿਟਰੇਚਰ ਦੇ ਲਈ 1913 ਦੇ ਵਿੱਚ। ਨਾਮ ਹੈ ਉਹਨਾਂ ਦਾ ਰਵਿੰਦਰਨਾਥ ਟੈਗੋਰ। ਅਤੇ ਕੇਸਰੇ ਹਿੰਦ ਮਹਾਤਮਾ ਗਾਂਧੀ ਨੇ ਵੀ ਕੇਸਰੇ ਹਿੰਦ ਦੀ ਤਿਆਗੀ ਟਾਈਟਲ ਸੀਗਾ ਉਹ ਉਪਾਧੀ ਤਿਆਗ ਦਿੱਤੀ ਗਈ ਸੀਗੀ। ਫਿਰ ਗੱਲ ਕਰ ਰਿਹਾ ਹੰਟਰ ਕਮਿਸ਼ਨ ਬਾਰੇ ਕਿ ਇਹ ਅਪੁਆਇੰਟ ਕਦੋਂ ਹੋਇਆ ਸੀਗਾ? ਤਾਂ ਇਹ ਅਪੁਆਇੰਟ ਹੋਇਆ ਸੀਗਾ ਜੀ ਜਲਿਆਂਵਾਲਾ ਬਾਗ ਮੈਸਕਰੇ ਦੇ, ਯਾਨੀ ਕਿ ਮੈਸਕਰੇ ਹੋਇਆ ਸੀਗਾ ਤਾਂ ਇਸ ਨੂੰ ਇੱਕ ਤਰ੍ਹਾਂ ਤੋਂ ਇਨਵੈਸਟੀਗੇਟ ਕਰਨ ਲਈ ਇੱਕ ਹੰਟਰ ਕਮਿਸ਼ਨ ਬਿਠਾਇਆ ਗਿਆ ਸੀਗਾ। ਕਿਉਂਕਿ ਇਹਦੇ ਚੇਅਰਮੈਨ ਲਾਰਡ ਵਿਲੀਅਮ ਹੰਟਰ ਸੀਗੇ। ਕਿਉਂਕਿ ਕੋਈ ਵੀ ਕਮੇਟੀ ਹੈ, ਚਾਹੇ ਉਹ ਅੱਜ ਦੀ ਗੱਲ ਵੀ ਕਰੀਏ ਆਪਾਂ, ਕੋਈ ਵੀ ਸਰਕਾਰ ਕਮੇਟੀ ਬਣਾਉਂਦੀ ਹੈ ਨਾ, ਜਿਹੜਾ ਉਸ ਕਮੇਟੀ ਦਾ ਹੈੱਡ ਹੁੰਦਾ ਹੈਗਾ ਉਹ ਕਮੇਟੀ ਉਸੇ ਦੇ ਨਾਂ 'ਤੇ ਹੀ ਵੱਜਦੀ ਹੈ। 7 ਬੇਸਿਕਲੀ ਉਹਦੇ ਵਿੱਚ ਮੈਂਬਰ ਸੀਗੇ, 4 ਗੋਰੇ ਸੀਗੇ ਅਤੇ 3 ਇੰਡੀਅਨ ਸੀਗੇ। ਕਿਹੜੇ ਮੈਂਬਰ ਨੇ ਉਹ ਤੁਸੀਂ ਆਪਣੀ ਸਕਰੀਨਸ 'ਤੇ ਦੇਖ ਹੀ ਰਹੇ ਹੋ। ਹੁਣ ਇਹਦੇ ਰਿਜ਼ਲਟ ਵਿੱਚ ਕੀ ਆਇਆ ਕਿ ਜਿਹੜਾ ਜਰਨਲ ਸੀਗਾ ਡਾਇਰ ਸੀ ਉਹਨੂੰ ਵਾਪਸ ਤਾਂ ਇੰਗਲੈਂਡ ਭੇਜਤਾ ਅਤੇ ਮਤਲਬ ਕੋਈ ਉਹਨੂੰ ਸਜ਼ਾ ਨਹੀਂ ਦਿੱਤੀ ਗਈ ਸੀਗੀ। ਬੇਸਿਕਲੀ ਉਹਨੂੰ ਕੀ ਕੀਤਾ ਵੀ ਬ੍ਰਿਟਿਸ਼ ਗੌਰਮੈਂਟ ਨੇ ਲੋਇਨ ਆਫ ਬ੍ਰਿਟਿਸ਼ ਐਮਪਾਇਰ ਵੀ ਕਹਿ ਕੇ ਸੱਦਿਆ, ਇੰਗਲੈਂਡ ਵਾਪਸ ਭੇਜ ਕੇ ਉੱਧਰ ਜਿਹੜਾ ਸੀਗਾ ਇਹਨੂੰ ਕਾਫੀ ਜ਼ਿਆਦਾ ਇੱਜ਼ਤ ਵੀ ਮਿਲੀ ਸੀਗੀ ਇਸ ਚੱਕਰ ਦੇ ਵਿੱਚ। ਤਾਂ ਜਲਿਆਂਵਾਲਾ ਬਾਗ ਮੈਸਕਰੇ ਜਿਹੜਾ ਸੀਗਾ ਉਸੇ ਲਈ ਹੰਟਰ ਕਮਿਸ਼ਨ ਅਪੁਆਇੰਟ ਕੀਤਾ ਗਿਆ ਸੀਗਾ। ਆਨਸਰ ਹੋ ਜਾਊਗਾ ਜਲਿਆਂਵਾਲਾ ਬਾਗ ਮੈਸਕਰੇ, ਆਪਸ਼ਨ ਨੰਬਰ ਬੀ। ਹੁਣ ਗੱਲ ਕਰ ਰਹੇ ਹਾਂ ਕਿ ਇਹਨਾਂ ਵਿੱਚੋਂ ਕੀ ਨੇ ਜਿਹੜੇ ਜਲਿਆਂਵਾਲਾ ਬਾਗ ਮੈਸਕਰੇ ਦੇ ਰਿਸਪੌਂਸੀਬਲ ਸੀਗਾ ਡਾਇਰ, ਉਹਨੂੰ ਮਾਰਿਆ ਸੀਗਾ। ਇਹਦੇ ਵਿੱਚ ਨਾ ਸਮਝਣ ਵਾਲੀ ਗੱਲ ਨੇ, ਜਿਹੜੇ ਬਾਗ ਦੇ ਵਿੱਚ ਆ ਕੇ ਜਿਹਨੇ ਗੋਲੀਆਂ ਚਲਾਈ ਸੀਗੀ ਉਹ ਬ੍ਰਿਗੇਡੀਅਰ ਜਨਰਲ ਡਾਇਰ ਸੀਗਾ। ਅਤੇ ਜਿਹੜਾ ਉਹਦੇ ਐਕਸ਼ਨ ਨੂੰ ਅਪਰੂਵ ਕੀਤਾ ਸੀਗਾ ਉਹ ਸੀਗਾ 1919 ਦੇ ਵਿੱਚ ਪੰਜਾਬ ਦਾ ਜਿਹੜਾ ਬ੍ਰਿਟਿਸ਼ ਲੈਫਟੀਨੈਂਟ ਗਵਰਨਰ ਸੀਗਾ, ਜਿਹਦਾ ਨਾਂ ਸੀਗਾ, ਉਹਦਾ ਨਾਂ ਵੀ ਡਾਇਰ ਸੀਗਾ। ਬੇਸਿਕਲੀ ਨਾਮ ਦੋਨਾਂ ਦੇ ਡਾਇਰ ਹੀ ਸੀਗੇ, ਲੇਕਿਨ ਉਹਦਾ ਨਾਂ ਸੀਗਾ ਮਾਈਕਲ ਡਾਇਰ। ਉਹ ਜਨਰਲ ਡਾਇਰ ਸੀਗਾ, ਉਹ ਮਾਈਕਲ ਡਾਇਰ ਸੀਗਾ। ਅਤੇ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ 1940 ਦੇ ਵਿੱਚ ਸੁਨਾਮ ਦੇ ਉਦਮ ਸਿੰਘ ਜੀ ਨੇ ਉਹਨਾਂ ਨੂੰ ਜਿਹੜਾ ਸੀਗਾ ਉਹਨਾਂ ਨੂੰ ਗੋਲੀ ਮਾਰੀ ਸੀ ਅਤੇ ਉੱਥੇ ਹੀ ਮੌਤ ਹੋ ਗਈ ਸੀਗੀ। ਕਿਉਂਕਿ ਮੰਨਿਆ ਜਾਂਦਾ ਹੈਗਾ ਕਿ ਜਿਹੜਾ ਮੇਨ ਪਲੈਨਰ ਸੀਗਾ ਨਾ, ਉਹ ਜਿਹੜਾ ਬ੍ਰਿਟਿਸ਼ ਲੈਫਟੀਨੈਂਟ ਗਵਰਨਰ ਸੀਗਾ ਪੰਜਾਬ ਦਾ ਮਾਈਕਲ ਡਾਇਰ, ਉਹਨੇ ਹੀ ਇਹਨੂੰ ਅਪਰੂਵ ਕੀਤਾ ਸੀਗਾ। ਉਹਦੇ ਕਹਿਣ 'ਤੇ ਹੀ ਬ੍ਰਿਗੇਡੀਅਰ ਜਨਰਲ ਡਾਇਰ ਨੇ ਉੱਥੇ ਗੋਲੀਆਂ ਚਲਾਈ ਸੀਗੀ,
ਦੋਨੋਂ ਡਾਇਰ ਅੱਡ ਨੇ ਜੀ, ਨਾਮ ਬੇਸ਼ੱਕ ਸੇਮ ਹੈ ਅਤੇ ਮੈਂ ਦੋਨਾਂ ਬਾਰੇ ਤੁਹਾਨੂੰ ਦੱਸ ਚੁੱਕਿਆ। ਆਨਸਰ ਇਹਦਾ ਆਪਸ਼ਨ ਨੰਬਰ ਸੀ ਊਧਮ ਸਿੰਘ। ਨੈਕਸਟ ਗੱਲ ਕਰਦੇ ਹਾਂ ਕਿ ਹੂ ਰਿਜ਼ਾਈਨ ਫਰੋਮ ਦਾ ਮੈਂਬਰਸ਼ਿਪ ਆਫ ਵਾਇਸਰਾਏ ਐਗਜ਼ੀਕਿਊਟਿਵ ਕਾਊਂਸਿਲ ਐਜ਼ ਏ ਪ੍ਰੋਟੈਸਟ ਅਗੇਂਸਟ ਜਲਿਆਂਵਾਲਾ ਬਾਗ ਮੈਸਕਰੇ। ਯਾਨੀ ਕਿ ਜਦੋਂ ਜਲਿਆਂਵਾਲਾ ਬਾਗ ਮੈਸਕਰੇ ਹੋਇਆ ਸੀਗਾ, ਆਪਾਂ ਨੂੰ ਪਤਾ ਹੈ ਕਿ ਰਵਿੰਦਰਨਾਥ ਟੈਗੋਰ ਨੇ ਨਾਈਟਹੁੱਡ ਦੀ ਉਪਾਧੀ ਤਿਆਗੀ ਸੀਗੀ, ਕੇਸਰ ਹਿੰਦੀ ਉਪਾਧੀ ਜਿਹੜੀ ਸੀਗੀ ਉਹ ਮਹਾਤਮਾ ਗਾਂਧੀ ਨੇ ਤਿਆਗੀ ਸੀਗੀ। ਲੇਕਿਨ ਜਿਹੜੀ ਵਾਇਸਰਾਏ ਦੀ ਐਗਜ਼ੀਕਿਊਟਿਵ ਕਾਊਂਸਿਲ ਹੁੰਦੀ ਸੀ ਨਾ, ਉਸ ਦੀ ਮੈਂਬਰ ਵਿੱਚ ਜਿਹੜੀ ਉਹਦੇ ਮੈਂਬਰਸ ਹੁੰਦੇ ਸੀਗੇ ਉਹਨਾਂ ਵਿੱਚੋਂ ਇੱਕ ਰਿਜ਼ਾਈਨ ਕੀਤਾ ਸੀਗਾ। ਤਾਂ ਉਹ ਕਿਹਨੇ ਕੀਤਾ ਸੀਗਾ ਐਜ਼ ਏ ਪ੍ਰੋਟੈਸਟ? ਉਹ ਕੀਤਾ ਸੀਗਾ ਸ਼ੰਕਰਨ ਨਾਇਰ ਨੇ। ਤਾਂ ਇਹਦਾ ਆਨਸਰ ਕੀ ਹੋ ਜਾਊਗਾ ਜੀ? ਆਪਸ਼ਨ ਨੰਬਰ ਸੀ। ਕਿਉਂਕਿ ਸ਼ੰਕਰਨ ਨਾਇਰ ਜਿਹੜੇ ਪਹਿਲਾਂ INC ਦੇ ਯਾਨੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਸੀਗੇ, ਅਤੇ ਇੱਕ ਤਰ੍ਹਾਂ ਤੋਂ ਕਾਊਂਸਿਲ ਦੇ ਵਿੱਚ ਛੱਡਣਾ, ਕਿਸੇ ਨੂੰ ਰਿਜ਼ਾਈਨ ਦੇਣਾ ਤਾਂ ਕੋਈ ਛੋਟੀ ਗੱਲ ਨਹੀਂ ਸੀਗੀ। ਤਾਂ ਉਹਨਾਂ ਨੇ ਐਜ਼ ਏ ਪ੍ਰੋਟੈਸਟ ਜਿਹੜਾ ਸੀਗਾ ਰਿਜ਼ਾਈਨ ਕੀਤਾ ਸੀਗਾ। ਕਾਫੀ ਇੰਪੋਰਟੈਂਟ ਕੁਐਸਚਨ ਹੈ ਐਂਡ ਮੈਨੂੰ ਪਤਾ ਹੈ ਕਿ ਇਸ ਕੁਐਸਚਨ ਬਾਰੇ ਬਹੁਤ ਹੀ ਰੇਅਰ ਸਟੂਡੈਂਟ ਜਾਣਦੇ ਹੋਣਗੇ। ਆਪਸ਼ਨ ਨੰਬਰ ਸੀ ਇਹਦਾ ਰਾਈਟ ਆਨਸਰ ਹੈਗਾ। ਅਤੇ ਆਹ ਸੀਗਾ ਅੱਜ ਦਾ ਆਪਣਾ ਸੈਸ਼ਨ। ਥੋੜ੍ਹਾ ਜਿਹਾ ਲੰਬਾ ਜ਼ਰੂਰ ਗਿਆ ਹੈਗਾ, ਲੇਕਿਨ ਕਾਫੀ ਜ਼ਿਆਦਾ ਟੈਕਨੀਕੈਲਿਟੀਜ਼ 'ਤੇ ਡਿਸਕਸ ਕਰਨਾ ਵੀ ਜ਼ਰੂਰੀ ਸੀਗਾ, ਕਿਉਂਕਿ ਕੁਐਸਚਨ ਆਨਸਰ ਦੇਣਾ ਆਈ ਥਿੰਕ ਉਹ ਵਧੀਆ ਤਰੀਕਾ ਨਹੀਂ ਹੈ ਪੜ੍ਹਨ ਦਾ। ਆਪਾਂ ਨੂੰ ਨੌਲੇਜ ਵੀ ਹੋਣੀ ਚਾਹੀਦੀ ਉਸ ਚੀਜ਼ ਬਾਰੇ। ਤਾਂ ਥੈਂਕਸ ਫॉर ਵਾਚਿੰਗ ਜੀ। ਜੇ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਓ, ਅਤੇ ਆਪਣੇ ਸਟੱਡੀ ਗਰੁੱਪ ਹੈ ਜਿਹੜਾ ਇਹ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਤੁਸੀਂ ਉੱਥੇ ਸ਼ੇਅਰ ਵੀ ਕਰ ਸਕਦੇ ਹੋ। ਤਾਂ ਥੈਂਕ ਯੂ, ਬਾਏ ਬਾਏ। ਜਲਦੀ ਮਿਲਾਂਗੇ ਨਈ ਵੀਡੀਓ ਦੇ ਨਾਲ। ਜੈ ਹਿੰਦ, ਜੈ ਭਾਰਤ।